वाहेगुरु साहिब जी। पारेठ गौरी आप खुदारो जनमत बारोबार हर का सिमरन निवखना सिमरियो जम कंकर करत खुआर पाए ठगौरी आप बुलायो। वाहिगुरु जी का खालसा वाहिगुरु जी की फतेह। सतगुर सच्चे पातशाह करोड़ां ब्रह्मंडां दे मालक उपमा स्वरूप कृपालु दयालु अंतरजामी महान ज्ञान दे सोमे बख्शिशां दे भंडार किरपा दे खजाने जागत जोत रब्बी नूर कलयुगी जीवां दा उद्धार करता समुची मानवता दे रहबर दीन दुनी दे राखे चवर तखत छतरां दे मालक जुगो हो जुग अटल धन 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 साहिब सतगुरु श्री गुरु ग्रंथ साहिब महाराज सच्चे पातशाह जी जिन्हां दी अपार बख्शिश रहमत मेहर दा सदका सिख कौम दे महान शहीद महान जरनैल सिंह साहिब धन 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 अमर शहीद जथेदार बाबा हनुमान सिंह जी महाराज कौम दे महान शहीदां दे पावन पवित्र मुबारक चरणा कमलां दे नाल निवाजी हुई पावन धरती ते आप गुरसिख संगतां दूरों नेड़ों चल के अमृत वेड़े दे दीवान दे अंदर आप जी हाजरी भर रहे हो। आप जी ने साहिबां दे दर्शन दीदार कीते रब्बी गुरबाणी दे जाप नितनेम सुखमनी साहिब आसा जी दी वारदा कीर्तन बैठ के आप जी पावन पवित्र लड़ीवार साहिब जी कृपा करन अपने सारे ते रहमत करन जिथे जिथे आप जी सेवा निभा रहे हो जा गुरु चरणों दे विच पवित्र दरबार साहिब दे विच संगत रूप दे अंदर हाजरी भर रहे हो पावन शब्द दे नाल गुरबाणी दे नाल आपां सारियां ने ही जुड़न दा यतन करना है। आप जी सारे ही असीस बख्शियो अरदास करियो गुरु चरणों दे अंदर सतगुरु जी मन दी एकाग्रता टका बख्शिश करके सतगुरु पातशाह अपने दर घर दी गुरबाणी दी विचार आप सिर ते रहमत भरिया हाथ रख के आप करवा लेवन। आओ एक बार सारी संगत जितने भी आप गुरु चरणों दे विच उपस्थित हो
ਆਰੰਭਤਾ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਧਰਦੇ ਹੋਏ ਸਾਰੀ ਸੰਗਤ ਰਸਨਾ ਪਵਿੱਤਰ ਕਰੋ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਅਦਬ ਸਹਿਤ ਉਚਾਰਨ ਕਰੋ ਜੀ ਸਤਨਾਮ। ਇੱਕ ਵਾਰ ਫਿਰ ਉਚਾਰਨ ਕਰੋ ਜੀ ਸਤਨਾਮ। ਹਾਂਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪਾਏ ਠਗੌਰੀ ਆਪ ਭੁਲਾਇਓ। ਆਪ ਜੀ ਕੱਲ ਸਰਵਣ ਕਰ ਰਹੇ ਸੀ, ਸ਼ਬਦ ਦੀ ਆਰੰਭਤਾ ਹੋਈ ਸੀ ਜੀ। ਆਤਰ ਨਾਮ ਬਿਨ ਸੰਸਾਰ, ਤ੍ਰਿਪਤ ਨਾ ਹੋਵਤ ਕੂਕਰੀ ਆਸਾ, ਇਤ ਲਾਗੋ ਵੇਖਿਆ ਸ਼ਾਰ। ਇਨਸਾਨ ਪਰਮਾਤਮਾ ਦੇ ਨਾਮ ਤੋਂ ਬਿਨਾ ਬਹੁਤਾ ਹੀ ਦੁਖੀ ਹੈ। ਜਿਹੜੀ ਕਹਿੰਦੇ ਵੀ ਆਸਾ ਤ੍ਰਿਸ਼ਨਾ, ਜਿਹੜੀ ਅੰਦਰ ਕੁਕਰੀ ਕਹਿੰਦੇ ਨੇ ਕੁੱਤੀ ਨੂੰ, ਜਿਹੜੇ ਹਰ ਸਮੇਂ ਕਹਿੰਦੇ ਅੰਦਰ ਕੁੱਕਰ ਭੌਂਕਦਾ ਰਹਿੰਦਾ ਨਾ, ਉਹ ਤ੍ਰਿਪਤ ਨਹੀਂ ਹੁੰਦਾਗਾ। ਰਹਾਉ ਦੇ ਬੰਦ ਤੋਂ ਬਾਅਦ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਾਏ ਠਗੌਰੀ ਆਪ ਭੁਲਾਇਓ, ਜਨਮਤ ਬਾਰੋ ਬਾਰ। ਇਸ ਮਾਇਆ ਠਗਣੀ ਨੇ ਇਨਸਾਨ ਨੂੰ ਇੰਨਾ ਕੁ ਭਰਮਾ ਲਿਆ, ਇੰਨਾ ਕੁ ਭੁਲੇਖੇ ਦੇ ਅੰਦਰ ਪਾ ਦਿੱਤਾ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਨਸਾਨ ਆਵਾਗਾਉਣ ਦੇ ਚੱਕਰ ਦੇ ਵਿੱਚ ਆ ਗਏ। ਇਸ ਮਾਇਆ ਦਾ ਕਰਕੇ ਨਾ ਆਵਾਗਾਉਣ ਦਾ ਇਹ ਚੱਕਰ ਹੈ ਜਿਹੜਾ ਬਹੁਤ ਵੱਡਾ। ਗੁਰਮੁਖੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਆਵਾਗਾਉਣ ਦੇ ਚੱਕਰ ਦੇ ਵਿੱਚ ਇਹ ਆ ਚੁੱਕਾ ਹੈ ਜੀ। ਜਨਮਤ ਬਾਰੂ ਬਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਨਸਾਨ ਦਾ ਜਿਹੜਾ ਜਨਮ ਹੈ ਇਹ ਬਾਰੋ ਬਾਰ ਹੁੰਦਾ। ਕਹਿਣ ਤੋਂ ਭਾਵ ਕਦੇ ਇਹ ਜਨਮ ਲੈ ਲੈਂਦਾ ਹੈ, ਕਦੇ ਮਰ ਜਾਂਦਾ ਹੈ। ਹਰ ਕਾ ਸਿਮਰਨ ਨਿਮਖ ਨਾ ਸਿਮਰਿਓ। ਉਸ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਸਿਮਰਨ ਇਹਨੇ ਨਿਮਖ ਮਾਤਰ ਵੀ ਨਹੀਂ ਕੀਤਾਗਾ, ਉਹਨੂੰ ਸਿਮਰਿਆ ਨਹੀਂ। ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਜਿਹੜਾ ਸਿਮਰਨ ਸੀ ਨਾ ਅਤੀ ਜ਼ਰੂਰੀ ਸੀ। ਇਹਨੇ ਨਾ ਉਸ ਪਰਮਾਤਮਾ ਦੀ ਬੰਦਗੀ ਕੀਤੀ ਔਰ ਉਸ ਪਰਮਾਤਮਾ ਦਾ ਭਜਨ ਨਹੀਂ ਕੀਤਾ, ਸਿਮਰਨ ਨਹੀਂ ਕੀਤਾ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਾਂ ਹੀ ਕਹਿੰਦੇ ਨੇ, ਮਹਾਰਾਜ ਕਹਿਣ ਲੱਗੇ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਜਿਸ ਇਨਸਾਨ ਨੇ, ਜਿਸ ਮਨੁੱਖ ਨੇ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਹੀ ਨਹੀਂ, ਪਰਮਾਤਮਾ ਨੂੰ ਜਪਿਆ ਹੀ ਨਹੀਂ, ਉਹਦੀ ਬੰਦਗੀ ਹੀ ਨਹੀਂ ਕੀਤੀ। ਮਹਾਰਾਜ ਕਹਿਣ ਲੱਗੇ ਆ ਜਿਹੜਾ ਸਰੀਰ ਲੈ ਕੇ ਆਇਆ ਸੀਗਾ ਨਾ, ਪਾਤਸ਼ਾਹ ਕਹਿਣ ਲੱਗੇ ਆਹ ਸਰੀਰ ਸੰਸਾਰ ਦੇ ਉੱਤੇ ਇਨਸਾਨ ਲੈ ਕੇ ਆਇਆ। ਮਹਾਰਾਜ ਕਹਿੰਦੇ ਵਿਅਰਥ ਚਲਿਆ ਗਿਆ। ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਵਿਅਰਥ ਗਿਆ ਜੀ। ਸਤਿਗੁਰੂ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜ਼ਿਕਰ ਕਰਦੇ ਨੇ। ਪਾਤਸ਼ਾਹ ਕਹਿਣ ਲੱਗੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਗ ਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਪਰਮਾਤਮਾ ਦੇ ਨਾਮ ਤੋਂ ਬਿਨਾ, ਉਹਦੀ ਬੰਦਗੀ ਤੋਂ ਬਿਨਾ, ਉਹਦੀ ਇਬਾਦਤ ਤੋਂ ਬਿਨਾ ਸਤਿਗੁਰੂ ਕਹਿੰਦੇ ਵੀ ਆਹ ਜਿਹੜਾ ਜਨਮ ਸੀ ਵਿਅਰਥ ਚਲਿਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਲਿਆ ਇਸ ਸੰਸਾਰ ਦੇ ਉੱਤੇ ਆਇਆ ਤਾਂ ਅਸੀਂ ਉਸ ਪਰਮਾਤਮਾ ਦੀ ਬੰਦਗੀ ਕਰਨ ਦੇ ਲਈ। ਜਿਸ ਦਿਨ ਆ ਸਰੀਰ ਇਸ ਧਰਤੀ ਤੋਂ ਜਾਏਗਾ ਨਾ, ਜਿਸ ਦਿਨ ਇਸ ਇਨਸਾਨ ਦੀ ਮੌਤ ਹੋਣੀ ਹੈ, ਇਸ ਸੰਸਾਰ ਦੇ ਉੱਤੋਂ ਇਸ ਇਨਸਾਨ ਨੇ ਜਾਣਾ ਹੈ। ਉਹ ਪਾਰ ਬ੍ਰਹਮ ਪਰਮੇਸ਼ਰ
ਜ਼ਰੂਰ ਪੁੱਛੇਗਾ। ਕੱਲਾ ਇਹ ਨਹੀਂ ਵੀ ਅਸੀਂ ਤੁਹਾਡੇ ਤੋਂ 2-3 ਫੁੱਟ ਉੱਚੇ ਬੈਠੇ ਹਾਂ ਜਾਂ ਅਸੀਂ ਤੁਹਾਡੇ ਤੋਂ ਕੋਈ ਅਲੱਗ ਆ, ਸਾਡੇ ਤੋਂ ਵੀ ਪੁੱਛਿਆ ਜਾਣਾ ਤੇ ਤੁਹਾਡੇ ਤੋਂ ਵੀ। ਜੇ ਪ੍ਰਮਾਤਮਾ ਦੀ ਬੰਦਗੀ ਕੋਲ ਨਹੀਂ ਨਾ, परमेश्वर पूछेगा क्या तै खटिया, कहाँ गवाया, चलो सीताब दीवान बुलाया, हर फरमान दरगह का आया, अमल सरानो लेखा देना, आए दूत कठिन जम लेना। वो परमात्मा ने पूछना जरूर है, की खट के आया की गवा के आए। असल दे विच इत्थे गल कीती गई है जी खट्टण दी। गुरबाणी विच सतगुरु पातशाह दे आपां रोज बचन पढ़दे हां। महाराज सच्चे पातशाह कहन लगे, ईहां खाट चलो हो हर लाहा, अगे बसन सुहेला। इत्थे जे इंसान लाहा खट के जाएगा, हुण लाहा है कादा जी? महाराज सच्चे पातशाह कहन लगे, हर का नाम लियो मैं लाहा। वो परमात्मा दे नाम दा लाहा। ते जिस नाम दे प्रति सतगुरु महाराज सच्चे पातशाह गुरु अर्जुन देव महाराज कहन लगे, आ मनुख ने माया दे भरम दे विच पै के ना उस परमात्मा अकाल पुरख वाहिगुरु नूं सिमरिया नहीं, ते जेड़ा ओदा सिमरन नहीं करदा ना, वो मैं बेनती करां बाबा जी हौली बोलो, इन्हां नूं बेनती कर दो, आप ही रख देंगे। तुसी सारिਆਂ ਦੀ ਇਕਾਗਰਤਾ खराब होंदी है। मेरी हथ जोड़ बेनती है, बड़े प्रेम दे नाल सरवण करो। मैं बेनती कर रहा सा, गुरु साहब जी कृपा करते ने। महाराज कहते हर का सिमरन निमख ना सिमरियो। उस परमात्मा का इन्हें सिमरन बंदगी कीती ही नहीं, उन्होंने सिमरिया नहींगा। ते इंसान कह रहा भी मैं जी दुखी बहुत हाँ, मैनू दुख बड़े लगे ने, मेरे दुख दूर नहीं होंदे गे। हुण एक इंसान कोई बीमार होवे, उन्होंने बुखार होया होवे जां कोई होर किसी भी तरह की तकलीफ है, जे ओह मनुख किसी डॉक्टर दे कोल जांदा नहीं, ਉਹਨੂੰ ਦੱਸਦਾ नहीं, ਉਹਦੇ ਕੋਲੇ इलाज नहीं कराउंदा भी मैनू आ बीमारी लगी है, जद तक ਉਹ डॉक्टर दवाई नहीं देगा ਉਹਨਾਂ ਸਮਾਂ ਇਹਦੇ शरीर का दुख दूर नहीं होगा। पातशाह कहन लगे, जेड़ा दुख तैनू लगे होए है ना, ये शरीर कला शरीर का नहीं, ये इंसान मानसिक तौर के उत्ते रोगी होए हुए है। इनू 3 तरह का रोग लगे, जिन्हों आद व्याध उपाद कहते हैं। ये 3 तरह का इन्ना को रोगी है। इस रोग की दवाई संसार दे विच किते भी नहीं, ते जे इस रोग की दवाई है तो वह है जी परमात्मा का सिमरन, ओदी बंदगी, अकाल पुरख वाहिगुरु सच्चे पातशाह का नाम। ते महाराज गुरु अर्जुन देव महाराज सच्चे पातशाह कहते, भलिया ताई मैं तेनों ये कहना भी परमात्मा की जदों बंदगी करेगा ना, सिमर 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 सुख पावो, कल कलेस तन माहे मिटावो। उस परमात्मा का नाम जप के ही इंसान ने सुख पाए है। ते जिन्हें परमात्मा के नाम नूं सिमरिया ही नहीं, उहदी बंदगी ही नहीं कीती, ते महाराज सच्चे पातशाह कहन लगे, एक निमख मात्र भी उन्होंने सिमरिया नहींगा। कदे गुरु घर नहीं आया, कोई गुरु की सेवा नहीं, कोई परमात्मा की बंदगी नहीं, कोई सतसंगत नहीं। इंसान कहता जी मैनू दुख बहुत लग्या, फिर उसका दुख दूर किवें होएगा? पुछ भी लिया जी ये दुख का कारण भी, ये दुख दूर किवें होना है? दस भी दिता गया, परमात्मा की बंदगी करी, सिमरन करी। हुण एक इंसान रास्ते दे उत्ते खड़ा पुछी जाए जी दिल्ली नूं रास्ता किहड़ा जांदा है, ਅੰਮ੍ਰਿਤਸਰ ਨੂੰ ਕਿਹੜਾ ਜਾਂਦਾ, ਲੁਧਿਆਣੇ ਨੂੰ ਕਿਹੜਾ ਜਾਂਦਾ, ਉਹ ਦੱਸਣ ਵਾਲੇ ਇਨਸਾਨ ਨੇ ਦੱਸ ਦਿੱਤਾ ਭਾਈ ਆ ਰਸਤਾ ਜਾਏਗਾ। ਜਦੋਂ ਹੁਣ ਇਨਸਾਨ ਉਸ ਰਸਤੇ ਦੇ ਉੱਤੇ ਤੁਰਦਾ ਹੀ ਨਹੀਂ, ਰਸਤਾ ਤਾਂ ਰੋਜ਼ ਪੁੱਛਦਾ ਪਰ ਤੁਰਦਾ ਨਹੀਂ, ਪਹੁੰਚੇਗਾ ਕਿਵੇਂ?
ਦੁੱਖ ਦੇ ਬਾਰੇ ਪੁੱਛ ਵੀ ਲਿਆ ਵੀ ਇਹ ਦੁੱਖ ਹਟੇਗਾ ਕਿਵੇਂ, ਦੁੱਖ ਦੂਰ ਕਿਵੇਂ ਹੋਵਣਗੇ। ਹਰ ਰੋਜ਼ ਸਤ ਸੰਗਤ ਦੇ ਵਿੱਚ ਵੀ ਪਤਾ ਲੱਗਦਾ ਹੈ। ਔਰ ਰੱਬ ਦੇ ਪਿਆਰਿਆਂ ਨੇ ਦੱਸਿਆ ਵੀ ਪ੍ਰਮਾਤਮਾ ਦੀ ਬੰਦਗੀ ਕਰੇਗਾ, ਸਿਮਰਨ ਕਰੇਗਾ, ਤੇਰੇ ਸਾਰੇ ਦੁੱਖ ਦੂਰ ਹੋ ਜਾਣੇ। ਤੇ ਜਦ ਤੱਕ ਉਹ ਹੁਣ ਰਸਤਾ ਪੁੱਛਣ ਦਾ ਤਾਂ ਹੀ ਫਾਇਦਾ ਨਾ ਜੇ ਉਧਰ ਤੁਰੇਗਾ। ਹੁਣ ਜੇ ਪ੍ਰਮਾਤਮਾ ਦੀ ਬੰਦਗੀ ਨਹੀਂ ਕੋਲ, ਉਹਦਾ ਸਿਮਰਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਕਿਵੇਂ ਉਸ ਪ੍ਰਮਾਤਮਾ ਦੇ ਦੇਸ਼ ਦੇ ਵਿੱਚ ਕਿਵੇਂ ਚਲਿਆ ਜਾਏਗਾ ਜੋ ਉਹਦੀ ਬੰਦਗੀ ਨਹੀਂ ਕੀਤੀ। ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀਆਂ ਨੇ ਬੜੇ ਪਿਆਰੇ ਬਚਨ ਕਹੇ ਨੇ। ਉਹ ਕਹਿਣ ਲੱਗੇ ਪੂਛਤ ਪਤਕ ਦਹਿ ਮਾਰਗ ਨਾ ਧਰੈ ਪੱਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ। ਕਹਿੰਦੇ ਗੱਲਾਂ ਬਾਤਾਂ ਨਾਲ ਲਈ। ਤੇ ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ ਹਰ ਕਾ ਸਿਮਰਨ ਨਿਮਖ ਨਾ ਸਿਮਰਿਓ। ਨਿਮਖ ਹੁੰਦਾ ਜੀ ਇੱਕ ਛਿਨ ਮਾਤਰ ਅੱਖ ਦੇ ਝਮਕਣ ਜਿੰਨਾ ਸਮਾਂ। ਕਹਿੰਦੇ ਪ੍ਰਮਾਤਮਾ ਨੂੰ ਤਾਂ ਤੂੰ ਨਿਮਖ ਇੱਕ ਵਾਰੀ ਕਦੇ ਵਾਹਿਗੁਰੂ ਨਹੀਂ ਕਿਹਾ ਮੁਖ ਤੋਂ। ਤੇ ਪਾਤਸ਼ਾਹ ਕਹਿਣ ਲੱਗੀ ਜਿਹਨੇ ਪ੍ਰਮਾਤਮਾ ਦਾ ਸਿਮਰਨ ਨਹੀਂ ਕੀਤਾ ਉਹਦੀ ਹਾਲਤ ਕਹਿੰਦੇ ਆ ਬਣ ਜਾਂਦੀ ਹੈ ਜੀ ਜਮ ਕੰਕਰ ਕਰਤ ਖੁਆਰ। ਤੇ ਕਹਿਣ ਲੱਗੇ ਵੀ ਜਮ ਕੰਕਰ ਕਹਿੰਦੇ ਨੇ ਇਨਸਾਨ ਕਹਿੰਦੇ ਜਮ ਦੇ ਦੂਤਾਂ ਨੂੰ ਕਹਿੰਦੇ ਨਾ, ਜਮ ਦੇ ਦੂਤ ਉਸ ਮਨੁੱਖ ਨੂੰ ਜਿਹਨੇ ਪ੍ਰਮਾਤਮਾ ਦਾ ਸਿਮਰਨ ਨਹੀਂ ਕੀਤਾ ਉਹਨੂੰ ਬਹੁਤ ਖੱਜਲ ਖੁਆਰ ਕਰਦੇ। ਤੇ ਕਬੀਰ ਸਾਹਿਬ ਜੀ ਤਾਂ ਹੀ ਕਹਿੰਦੇ ਨੇ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਾ ਸਹਿਆ ਜਾਏ, ਏਕ ਜੋ ਸਾਧੂ ਮੋਹਿ ਮਿਲਿਓ ਤੇ ਲਿਆ ਅੰਚਲ ਲਾਏ। ਜਿਹੜੀ ਜਮਾਂ ਦੀ ਮਾਰ ਹੈ ਨਾ ਉਹ ਚੱਲੀ ਨਹੀਂ ਜਾਂਦੀਗੀ। ਕਬੀਰ ਸਾਹਿਬ ਤਾਂ ਹੀ ਬਾਣੀ ਵਿੱਚ ਕਹਿ ਰਹੇ ਨੇ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਰਾਮ ਸਿਮਰ ਪਛਤਾਹੇਗਾ ਮਨ, पापी जीरा लोभ करता है आज कल उठ जाएगा, लालच लाग गया जन्म गवाया माया परम बुलाहेगा, धन जोबन का गर्भ ना कीजिए कागज जाओ गल जाएगा। वो कहन लगे परमात्मा की बंदगी कर ला नहीं पछताना पै जाता है। गल सिमरन दी सी उस परमात्मा अकाल पुरख वाहिगुरु की गल नाम दी सी जी। ते उस परमात्मा नूं इहने निमख मात्र भी नहीं सिमरिया। ते महाराज सच्चे पातशाह कहन लगे कहंदे भलिया फिर कहंदे जम दे दूत इंसान नूं कहंदे खज्जल खुवार करदे हन जिन्हें परमात्मा नूं नहीं सिमरियागा। ओ कृपाल दीन दुख भंजन। कहन लगे हे दीनां दे दुख दूर करन वाले सच्चे पातशाह, दुखां नूं दूर करन वाले वाहिगुरू। हिरिया संत है की रावार। रावार दा अर्थ है जी धूड़। सच्चे पातशाह मैं तेरे रब दे प्यारियां दी चरनां दी कहंदे भी धूड़ बनिया रहा। इत्थे उन्हां दी धूड़ दी गल कीती गई है जिन्हां नूं सतगुरु महाराज सच्चे पातशाह किरपा वरताउंदे होए कहंदे ने नानक धूड़ मंगै तिस गुरसिख की जो आप जपै अवरह नाम जपावे। जिहड़ा आप जपदा ते दूजिਆਂ ਨੂੰ ਜਪਾਉਂਦਾ। ते गुरु अर्जुन देव महाराज सच्चे पातशाह कह रहे ने गुरसिखां की हर धूड़ देहे हम पापी भी गत पाहे। ਉਹਨਾਂ ਗੁਰਸਿੱਖਾਂ ਦੇ ਚਰਨਾਂ ਦੀ ਧੂੜ, ਉਹਨਾਂ ਰੱਬ ਦੇ ਪਿਆਰਿਆਂ ਦੀ, ਸਾਧੂ ਮਹਾਤਮਾ ਦੇ, ਉਹਨਾਂ ਸੰਤਾਂ ਦੇ ਚਰਨਾਂ ਦੀ ਧੂੜ ਜਿਨ੍ਹਾਂ ਨੇ ਤੁਹਾਨੂੰ ਸਵਾਸ ਸਵਾਸ ਅਰਾਧਿਆ, ਤੁਹਾਡੀ ਬੰਦਗੀ ਕੀਤੀ, ਤੁਹਾਡਾ ਸਿਮਰਨ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਕਿਰਪਾ ਕਰਦੇ ਨੇ। ਸਤਿਗੁਰੂ ਕਹਿਣ ਲੱਗੇ ਨਾ ਜਿਹੜੇ ਤੇਰਾ ਨਾਮ ਜਪਦੇ ਆ ਨਾ, महाराज सच्चे पातशाह कहते जेडे उन्होंने नाम जपण वालियां दे अगे कहन लगे सेवक ने, जे उन्होंने सेवकां दे चरनां दी धूड़ मिल जाए ते तां भी मेरा भला हो जाएगा, मेरा उद्धार हो जाएगा। गुरु नानक साहब महाराज सच्चे पातशाह ने तलंग दे विच पवित्र शब्द वरते आ। महाराज कहन लगे नानक बगोए दे जन तुरा तेरे चाकरां पा खाक। कहंदे नानक कहंदा है
ਜਿਹੜੇ ਤੇਰੇ ਘਰ ਦੇ ਵਿੱਚ ਤੇਰਾ ਸਿਮਰਨ ਕਰਨ ਵਾਲੇ ਆ, ਤੇਰੀ ਬੰਦਗੀ ਕਰਨ ਵਾਲੇ ਨੇ, ਤੁਹਾਨੂੰ ਸਵਾਸ ਆਰਾਧਨ ਵਾਲੇ ਹੈ, ਜਿਹੜੇ ਉਹਨਾਂ ਦੇ ਗਾਹਾਂ ਸੇਵਕ ਨੇ, ਜੇ ਉਹਨਾਂ ਦੇ ਚਰਨਾਂ ਦੀ ਮੈਨੂੰ ਧੂੜ ਮਿਲ ਜਾਏ ਤਾਂ ਕਹਿਣ ਲੱਗੇ ਮੇਰਾ ਭਲਾ ਹੋ ਜਾਏਗਾ, ਮੇਰਾ ਉਧਾਰ ਹੋ ਜਾਏਗਾ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਵਰਤਾਉਂਦੇ ਹੋਏ ਸਤਿਗੁਰੂ ਜੀ ਬਚਨ ਕਰ ਰਹੇ ਨੇ। ਮਹਾਰਾਜ ਕਹਿੰਦੇ ਨਾ, ਮਾਘ ਮੱਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ। ਤੇ ਫਿਰ ਇੱਥੇ ਕਰਨਾ ਕੀ ਹੈ ਜੀ? ਗੁਰਸਿੱਖਾਂ ਦੀ ਉਸ ਧੂੜ ਦੇ ਵਿੱਚੋਂ, ਸਤ ਸੰਗਤ ਦੇ ਵਿੱਚੋਂ ਕੀ ਮਿਲਦਾ ਹੈ? ਮਹਾਰਾਜ ਕਹਿੰਦੇ ਹਰਿ ਕਾ ਨਾਮ ਧਿਆਏ ਸੁਣ। ਉਸ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਤੇ ਪ੍ਰਮਾਤਮਾ ਦੇ ਨਾਮ ਨੂੰ ਹੀ ਸੁਣਨਾ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ, ਤੇਰਿਆਂ ਸੰਤਾਂ ਕੀ ਰਾਵਾਰ। ਕਹਿੰਦੇ ਮੈਂ ਤੇਰੇ ਉਹਨਾਂ ਸੰਤਾਂ ਦੀ, ਰੱਬ ਦੇ ਪਿਆਰਿਆਂ ਦੀ, ਇੱਥੇ ਉਸ ਸਾਧੂ ਦੀ, ਇੱਥੇ ਉਸ ਗੁਰਮੁਖ ਸੰਤ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਕਹਿੰਦੇ ਧੂੜ ਬਣਿਆ ਰਹਾ ਹਰ ਸਮੇਂ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਸ ਮੇਰੇ ਮਨ ਦੇ ਵਿੱਚ ਆ ਇੱਕੋ ਹੀ ਆਸ ਹੈ, ਇੱਕੋ ਹੀ ਕਹਿੰਦੇ ਮੇਰੇ ਹਿਰਦੇ ਦਾ ਮਨੋਰਥ ਹੈ ਜੀ। ਨਾਨਕ ਦਾਸ ਦਰਸ ਪ੍ਰਭ ਜਾਚੈ। ਕਹਿਣ ਲੱਗੇ ਹੇ ਪ੍ਰਭੂ, ਤੇਰਾ ਦਾਸ ਨਾਨਕ ਤੇਰੇ ਦਰਸ਼ਨਾਂ ਦੀ ਮੰਗ ਕਰਦਾ ਹੈ। ਪਰਮਾਤਮਾ ਦਾ ਸਿਮਰਨ ਕਰਕੇ, ਉਹਦੀ ਬੰਦਗੀ ਕਰਕੇ ਮਨ ਦੇ ਵਿੱਚ ਇੱਕੋ ਹੀ ਮੰਗ ਹੁੰਦੀ ਹੈ ਕਿ ਮੈਨੂੰ ਉਸ ਪ੍ਰਭੂ ਦੇ, ਪਰਮੇਸ਼ਰ ਦੇ ਦੀਦਾਰ ਹੋ ਜਾਵਣ, ਦਰਸ਼ਨ ਹੋ ਜਾਵਣ। ਇਹ ਕਿਰਪਾ ਵਰਤਦੀ ਕਦੋਂ ਹੈ ਜੀ? ਮੈਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਲੋਕ ਇੱਕ ਵਾਰ ਫੇਰ ਆਪ ਜੀ ਦੇ ਨਾਲ ਸਾਂਝਾ ਕਰਾਂ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਰਾਮ ਨਾਮ ਉਰ ਮੈਂ ਗਹਿਓ, ਜਾ ਕੈ ਸਮ ਨਹੀਂ ਕੋਏ, ਜਿਹੇ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਜਿਸ ਦਿਨ ਉਸ ਰਮੇ ਹੋਏ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਇਨਸਾਨ ਦੇ, ਮਨੁੱਖ ਦੇ ਹਿਰਦੇ ਵਿੱਚ, ਔਰ ਕਹਿੰਦੇ ਨੇ ਹਿਰਦੇ ਨੂੰ ਜਿਸ ਦਿਨ ਹਿਰਦੇ ਵਿੱਚ ਆ ਗਿਆ, ਉਸ ਦਿਨ ਪਾਤਸ਼ਾਹ ਕਹਿਣ ਲੱਗੇ ਕਿਰਪਾ ਇਹ ਵਰਤੇਗੀ, ਰਾਮ ਨਾਮ ਉਰ ਮੈਂ ਗਹਿਓ, ਜਾ ਕੈ ਸਮ ਨਹੀਂ ਕੋਏ, ਜਿਹੇ ਸਿਮਰਤ ਸੰਕਟ ਮਿਟੈ। ਕਹਿਣ ਲੱਗੀ ਜਿਹਦਾ ਸਿਮਰਨ ਕਰਨ ਦੇ ਨਾਲ ਸਾਰੇ ਹੀ ਦੁੱਖ ਚਲੇ ਜਾਣਗੇ। ਤੇ ਸ਼ਬਦ ਦੀ ਆਰੰਭਤਾ ਆਪਾਂ ਇੱਥੋਂ ਕੀਤੀ ਸੀ। ਸਤਿਗੁਰੂ ਅਰਜਨ ਦੇਵ ਮਹਾਰਾਜ ਦਾ ਜਿਹੜਾ ਪਵਿੱਤਰ ਸਾਰੰਗ ਰਾਗ ਦਾ ਬਚਨ ਆਪਾਂ ਸਾਂਝਾ ਕਰ ਰਹੇ ਹਾਂ ਨਾ, ਮਹਾਰਾਜ ਕਹਿੰਦੇ ਆਤੁਰ ਨਾਮ ਬਿਨ ਸੰਸਾਰ। ਆਤੁਰ ਦਾ ਅਰਥ ਹੁੰਦਾ ਦੁਖੀ। ਇਨਸਾਨ ਪਰਮਾਤਮਾ ਦੇ ਨਾਮ ਤੋਂ ਬਿਨਾਂ ਦੁਖੀ ਹੈ ਜੀ। ਸਾਰੇ ਹੀ ਦੁਖੀ ਨੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜੀ ਦੇ ਪੱਲੇ ਨਹੀਂਗਾ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਜੇ ਪਰਮਾਤਮਾ ਦਾ ਨਾਮ ਜਪ ਕੇ, ਉਸ ਪਰਮਾਤਮਾ ਦਾ ਨਾਮ ਜਿਸ ਇਨਸਾਨ ਦੇ ਹਿਰਦੇ ਅੰਦਰ ਆ ਗਿਆ, ਮਹਾਰਾਜ ਕਹਿੰਦੇ ਉਹਦੇ ਸਾਰੇ ਜਿੰਨੇ ਸੰਕਟ ਨੇ, ਦੁੱਖ ਹੈ, ਕਲੇਸ਼ ਹੈ, ਉਹ ਦੂਰ ਹੋ ਜਾਂਦੇ ਨੇ। ਤੇ ਇੱਕ ਕਿਰਪਾ ਵਰਤ ਜਾਂਦੀ ਹੈ ਜਦੋਂ ਵਾਰ-ਵਾਰ ਉਸ ਪਰਮਾਤਮਾ ਨੂੰ ਸਿਮਰਨ ਦਾ ਨਾ ਇਨਸਾਨ ਉਹਨੂੰ ਯਾਦ ਕਰਦਾ ਹੈ, ਜਿਹਨੂੰ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਕੇਸੋ ਕੇਸੋ ਕੋਕੀਆ ਨਾ ਸੋਈਆ ਆਸਾਰ, ਰਾਤ ਦਿਵਸ ਕੈ ਕੋਕਣਾ ਕਬਹੂ ਕੈ ਸੁਣੈ ਪੁਕਾਰ। ਜਦੋਂ ਦਿਨ ਰਾਤ ਉਹਦੀ ਯਾਦ ਦੇ ਵਿੱਚ ਜੁੜਿਆ ਰਹਿੰਦਾ ਹੈ ਤੇ ਮਹਾਰਾਜ ਕਹਿੰਦੇ ਫਿਰ ਕਿਰਪਾ ਆ ਵਰਤ ਜਾਂਦੀ ਹੈ। ਸਤਿਗੁਰੂ ਕਹਿੰਦੇ ਨਾ, ਜਿਹੇ ਸਿਮਰਤ ਸੰਕਟ ਮਿਟਾ, ਦਰਸ ਤੁਹਾਰੋ ਹੋਏ। ਉਹ ਪਰਮਾਤਮਾ ਦੇ ਦੀਦਾਰ ਹੋ ਜਾਂਦੇ ਨੇ, ਉਹਦੇ ਦਰਸ਼ਨ ਹੋ ਜਾਂਦੇ ਹੈ। ਤੇ ਭਗਤ ਰਵਿਦਾਸ ਜੀ ਨੇ ਇੱਕ ਪਵਿੱਤਰ ਬਚਨ ਵਰਤਿਆ। ਭਗਤ ਸਾਹਿਬ ਜੀ ਕਹਿੰਦੇ ਨੇ, ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਆ ਜਿਹੜਾ ਚਿਰ ਭਇਓ ਸ਼ਬਦ ਹੈ ਨਾ,
ਇਹਦਾ ਮਤਲਬ ਕਿ ਭਗਤ ਰਵਿਦਾਸ ਜੀ ਨੂੰ ਪਹਿਲਾਂ ਵੀ ਪਰਮਾਤਮਾ ਦੇ ਦੀਦਾਰ ਹੋਏ ਸੀ, ਦੀਦਾਰ ਕੀਤਿਆਂ ਨੂੰ ਸਮਾਂ ਬਹੁਤ ਹੋ ਗਿਆ ਸੀ। ਤੇ ਹੁਣ ਦੀਦਾਰ ਜਿਹੜੇ ਹੋਣੇ ਨੇ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ, ਉਹ ਕੇਵਲ ਤੇ ਕੇਵਲ ਇਸ ਮਨੁੱਖਾ ਸਰੀਰ ਦੇ ਵਿੱਚ ਰਹਿ ਕੇ ਹੀ ਪਰਮਾਤਮਾ ਦੀ ਪ੍ਰਾਪਤੀ ਹੈ। ਪਰਮਾਤਮਾ ਦੀ ਨਾ ਪ੍ਰਾਪਤੀ ਮੈਂ ਅੱਗੇ ਤੁਹਾਡੇ ਨਾਲ ਇਹ ਬੇਨਤੀ ਕਰਦਾ। ਸਤਿਗੁਰੂ ਕਹਿੰਦੇ ਨਾਨਕ ਦਾਸ ਦਰਸ ਪ੍ਰਭ ਜਾਚੈ, ਮੇਰੇ ਹਿਰਦੇ ਵਿੱਚ ਇੱਕ ਦਰਸ਼ਨਾਂ ਦੀ ਮੰਗ ਹੈ, ਉਸ ਪਰਮਾਤਮਾ ਦੀ। ਪਰਮਾਤਮਾ ਦੇ ਦੀਦਾਰ ਹੋ ਜਾਵਣ, ਦਰਸ਼ਨ ਹੋ ਜਾਵਣ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਵਰਤਾ ਰਹੇ ਨੇ। ਸਰਵਣ ਕਰੀਏ ਜੀ। ਮਨ ਤਨ ਕੋ ਆਧਾਰ, ਕਹਿੰਦੇ ਵੀ ਜਿਹੜਾ ਪਰਮਾਤਮਾ ਦਾ ਨਾਮ ਮੇਰੇ ਤਨ ਦਾ ਮਨ ਦਾ ਕਹਿੰਦੇ ਵੀ ਆਸਰਾ ਬਣੇ ਹੋਏ ਹੈ। ਉਹ ਪਾਰਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ, ਉਹੀ ਮੇਰਾ ਆਸਰਾ ਬਣਿਆ ਹੋਇਆ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਤੇ ਮਿਲਾਪ ਕਿਵੇਂ ਹੋ ਸਕਦਾ? ਹੁਣ ਗੁਰੂ ਦਾ ਮਨ ਦੇ ਵਿੱਚ ਚਾਹਤ ਤਾਂ ਦਰਸ਼ਨਾਂ ਦੀ, ਦੀਦਾਰਾਂ ਦੀ ਹੈ ਨਾ। ਦੀਦਾਰ ਹੋ ਜਾਵਣ ਪਰਮਾਤਮਾ ਦੇ, ਮੈਨੂੰ ਦਰਸ਼ਨ ਹੋ ਜਾਵਣ, ਮੈਂ ਪਰਮਾਤਮਾ ਦੇ ਨਾਲ ਮਿਲ ਜਾਵਾਂ। ਉਹ ਪਾਰਬ੍ਰਹਮ ਪਰਮੇਸ਼ਰ ਇਕੱਲਾ ਮੇਰਾ ਹੀ ਨਹੀਂ, ਸਾਰੀ ਦੁਨੀਆ ਦਾ ਆਸਰਾ ਹੀ ਉਹ ਬਣਿਆ ਹੋਇਆ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਮਾਤਮਾ ਦੇ ਮਿਲਾਪ ਦੀ ਗੱਲ ਕਰਦਿਆਂ ਹੋਇਆਂ, ਬਚਨ ਕਰਦਿਆਂ ਹੋਇਆਂ, ਜੋ ਪਵਿੱਤਰ ਸ਼ਬਦ ਦੇ ਵਿੱਚ ਸਤਿਗੁਰੂ ਅਗਲੇ ਸ਼ਬਦ ਦੇ ਦੁਆਰਾ ਸਮਝਾ ਰਹੇ ਹੈ ਨਾ, ਇਹਨੂੰ ਧਿਆਨ ਦੇ ਨਾਲ ਇਹ ਸ਼ਬਦ ਨੂੰ ਆਪਾਂ ਸਰਵਣ ਕਰੀਏ ਜੀ। ਸਾਰਗ ਮਹਲਾ ਪੰਜਵਾ, ਸਾਰੰਗ ਰਾਗ ਦੇ ਅੰਦਰ ਮਹੱਲਾ ਕਹਿੰਦੇ ਨੇ ਸਰੂਪ ਨੂੰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਵਰਤਾਉਂਦੇ ਨੇ। ਮਹਿਲਾ ਹਰ ਕੇ ਨਾਮ ਬਿਨ ਜੀਓ, ਇੱਥੇ ਹੁਣ ਥੋੜਾ ਗੁਰਮੁਖੋ ਧਿਆਨ ਦੇਣਾ। ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਮਿਲਾਪ ਹੁੰਦਾ ਕਿਵੇਂ ਹੈ? ਦੋ ਤਰ੍ਹਾਂ ਦਾ ਸਫ਼ਰ ਹੁੰਦਾ ਹੈ ਜੀ। ਇੱਕ ਸਫ਼ਰ ਹੁੰਦਾ ਹੈ ਘਰ ਤੋਂ ਲੈ ਕੇ ਕਿਸੇ ਸਾਧਨ ਤੱਕ ਆਉਣਾ, ਕਿਸੇ ਸਾਧਨ ਤੱਕ, ਜਾਂ ਆਪਾਂ ਕੋਈ ਬੱਸ ਸਟੈਂਡ ਤੱਕ ਕਹਿ ਦਈਏ, ਏਅਰਪੋਰਟ ਤੱਕ ਕਹਿ ਦਈਏ, ਜਾਂ ਆਪਾਂ ਸਟੇਸ਼ਨ ਤੱਕ ਕਹਿ ਦਈਏ। ਇਸ ਸਫ਼ਰ ਦੇ ਵਿੱਚ ਇਨਸਾਨ ਨੂੰ ਕਈ ਵਾਰ ਇਨਸਾਨ ਟ੍ਰੈਫਿਕ ਦੇ ਵਿੱਚ ਵੀ ਅੜਦਾ ਹੈ, ਬੜਾ ਤਰ੍ਹਾਂ ਤਰ੍ਹਾਂ ਦਾ ਇਹਨੂੰ ਯਤਨ ਵੀ ਕਰਨਾ ਪੈਂਦਾ ਉੱਥੇ ਪਹੁੰਚਣ ਦੇ ਲਈ। ਕਈ ਘੰਟੇ ਕਈ ਇਨਸਾਨ ਪਹਿਲਾਂ ਹੀ ਆ ਜਾਂਦੇ ਨੇ ਤੇ ਕਈਆਂ ਨੂੰ ਦੇਰ ਬੜੀ ਲੱਗ ਜਾਂਦੀ ਹੈ। ਥੋੜਾ ਧਿਆਨ ਦੇਣਾ। ਇਹ ਇੱਕ ਸਿਰਫ ਉਦਾਹਰਣ ਹੈ ਜੀ, ਉਦਾਹਰਣ ਸਿਰਫ ਇੱਕ ਸਮਝਣ ਦੇ ਲਈ ਹੁੰਦੀ ਹੈ, ਬੇਸਮੂਲ ਨਹੀਂ ਹੋਇਆ ਕਰਦਾਗਾ। ਦੋ ਤਰ੍ਹਾਂ ਦਾ ਸਫ਼ਰ, ਘਰ ਤੋਂ ਲੈ ਕੇ ਕਿਸੇ ਵੀ, ਆਪਾਂ ਭਾਵੇਂ ਟ੍ਰੇਨ ਦੇ ਵਿੱਚ ਸਫ਼ਰ ਕਰਨਾ ਜਾਂ ਬੱਸ ਦੇ ਵਿੱਚ ਜਾਂ ਜਹਾਜ਼ ਦੇ, ਉੱਥੋਂ ਤੱਕ ਆਉਣ ਦੇ ਲਈ ਜਿਹੜਾ ਪਹਿਲਾ ਸਫ਼ਰ ਸੀ ਉਹਦੇ ਵਿੱਚ ਬੜਾ ਤਰ੍ਹਾਂ ਤਰ੍ਹਾਂ ਦੇ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ। ਜਦੋਂ ਇਨਸਾਨ ਜਹਾਜ਼ ਦੇ ਵਿੱਚ ਬੈਠਦਾ ਹੈ, ਜਦੋਂ ਇਨਸਾਨ ਬੱਸ ਦੇ ਵਿੱਚ ਬੈਠਦਾ ਹੈ, ਜਦੋਂ ਇਨਸਾਨ ਟ੍ਰੇਨ ਦੇ ਵਿੱਚ ਬੈਠਦਾ, ਫਿਰ ਉੱਥੇ ਇਨਸਾਨ ਦਾ ਸਫ਼ਰ ਉੱਥੇ ਹੀ ਖਤਮ ਨਹੀਂ ਹੋ ਜਾਂਦਾ। ਜਦੋਂ ਉਸ ਸਾਧਨ ਦੇ ਵਿੱਚ ਬੈਠਦਾ, ਫਿਰ ਉੱਥੇ ਇਨਸਾਨ ਦੀ ਜਿਹੜੀ ਜ਼ਿੰਮੇਵਾਰੀ ਉੱਥੇ ਖਤਮ ਹੋ ਜਾਂਦੀ ਹੈ। ਜ਼ਿੰਮੇਵਾਰੀ ਉੱਥੇ ਸ਼ੁਰੂ ਹੁੰਦੀ ਹੈ ਜੀ। ਜਿਸ ਪਾਇਲਟ ਨੇ ਜਹਾਜ਼ ਨੂੰ ਉਡਾਉਣਾ ਹੈ, ਜਾਂ ਜਿਹੜਾ ਡਰਾਈਵਰ ਬੱਸ ਚਲਾ ਲਿਆ, ਜਾਂ ਇਨਸਾਨ ਜਿਹੜਾ ਟ੍ਰੇਨ ਚਲਾ ਰਿਹਾ, ਉਹਨੂੰ ਇਹ ਹੁੰਦਾ ਵੀ ਜਿਹੜਾ ਇੱਥੇ ਮੇਰੇ ਨਾਲ ਬੈਠਾ ਵੀ ਇਹਨੂੰ ਮੈਂ ਇਹਦੀ ਮੰਜ਼ਿਲ ਤੱਕ ਪਹੁੰਚਾਉਣਾ ਹੈ। ਗੁਰਮੁਖੋ, ਇਸੇ ਤਰ੍ਹਾਂ ਆ ਜਿਹੜੀਆਂ ਬਾਕੀ ਦੀਆਂ ਜੂਨਾਂ ਨੇ ਨਾ, ਆ ਮਨੁੱਖਾ ਸਰੀਰ ਨੂੰ ਛੱਡ ਕੇ ਆ ਜਿਹੜਾ ਪਹਿਲਾ ਸਫ਼ਰ ਹੈ, ਇਹ ਬਹੁਤ ਜ਼ਿਆਦਾ ਔਖਾ ਹੈ। ਇਹ ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਦੇ ਵਿੱਚ ਕਦੇ ਕੁੱਤਾ ਬਣਿਆ, ਕਦੇ ਸੱਪ ਬਣਿਆ, ਕਦੇ ਗਾਂ ਬਣਿਆ, ਕਦੇ ਮੱਝ ਬਣਿਆ, ਕਦੇ ਕੁਝ ਬਣਿਆ, ਕਦੇ ਕੁਝ। ਜਿਹਨੂੰ ਸਤਿਗੁਰੂ ਅਰਜਨ ਦੇਵ ਮਹਾਰਾਜ ਨੇ ਬਾਣੀ ਵਿੱਚ ਜ਼ਿਕਰ ਕੀਤਾ ਨਾ, ਪਾਤਸ਼ਾਹ ਕਹਿਣ ਲੱਗੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ ਚਰੰਕਾਲ।
ਇਹ ਦੇਹ ਸੰਜਰੀਆ ਆ ਲੰਬੇ ਸਮੇਂ ਬਾਅਦ ਮਨੁੱਖਾ ਸਰੀਰ ਮਨੁੱਖਾ ਜੀਵਨ ਮਿਲਿਆ। ਇਹ ਜਦੋਂ ਇੱਥੋਂ ਤੱਕ ਸਫ਼ਰ ਕਰਕੇ ਇਹ ਪਹੁੰਚਿਆ ਨਾ, ਤੇ ਇਹਦਾ ਜਿਹੜਾ ਇੱਥੋਂ ਵਾਲਾ ਸਫ਼ਰ ਸੀ ਉਹ ਜੀ ਇੱਥੇ ਖਤਮ ਹੋਇਆ। ਤੇ ਫਿਰ ਇਹਨੇ ਆ ਜਿਹੜਾ ਸਫ਼ਰ ਸੀ ਆਰੰਭ ਕੀਤਾ ਇੱਕ ਸਰੀਰ ਨੇ ਗੁਰੂ ਸਾਹਿਬ ਤੱਕ। ਇੱਕ ਸਰੀਰ ਗੁਰੂ ਸਾਹਿਬ ਤੱਕ ਜਦੋਂ ਆਇਆ ਨਾ, ਗੁਰੂ ਦੇ ਕੋਲ ਆ ਕੇ ਬੇਨਤੀ ਕੀਤੀ। ਇੱਥੇ ਆ ਕੇ ਫਿਰ ਜਿਹੜੀ ਸਰੀਰ ਦੀ ਗੱਲ ਆ ਉਹ ਖਤਮ ਹੋ ਜਾਂਦੀ ਹੈ। ਜਿਹੜਾ ਅਗਲਾ ਸਫ਼ਰ ਇੱਥੋਂ ਸ਼ੁਰੂ ਹੁੰਦਾ ਜੀ ਉਹ ਹੈ ਸੁਰਤ ਤੇ ਸ਼ਬਦ ਦਾ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਜ਼ਿਕਰ ਕਰਦੇ ਨੇ। ਸਤਿਗੁਰੂ ਕਹਿਣ ਲੱਗੇ ਸ਼ਬਦ ਗੁਰੂ ਸੁਰਤ ਤੋਂ ਨਚੇਲਾ। ਸ਼ਬਦ ਗੁਰੂ ਬਣ ਕੇ ਇਸ ਸੁਰਤ ਦੀ ਅਗਵਾਈ ਕਰਦਾ ਹੈ। ਇਸ ਸੁਰਤ ਨੂੰ ਉਸ ਪਰਮਾਤਮਾ ਦੇ ਰੱਬੀ ਦੇਸ਼ ਦੇ ਵਿੱਚ ਲਿਜਾਣ ਦਾ ਇਹਦਾ ਸਫ਼ਰ ਹੈ। ਪਾਰ ਬ੍ਰਹਮ ਪਰਮੇਸ਼ਰ ਆਪ ਇਹਨੂੰ ਉਸ ਸਫ਼ਰ ਦੇ ਵਿੱਚ ਫਿਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਨਾ, ਮੈਂ ਇੱਥੇ ਇੱਕ ਫਿਰ ਬੇਨਤੀ ਕਰਾਂ, ਥੋੜਾ ਫਿਰ ਖਿਆਲ ਦੇਣਾ। ਮਨੁੱਖ ਨੂੰ ਆ ਜੀਵਨ ਮਿਲ ਗਿਆ ਤੇ ਗੁਰਮੁਖੋਂ ਮੈਂ ਵੀ ਬੇਨਤੀ ਕਰਾਂ, ਜਿਸ ਇਨਸਾਨ ਨੇ ਜਿਹਨੂੰ ਮਿਲਣਾ ਹੋਵੇ ਨਾ, ਇੱਕ ਤਾਂ ਉਹਦੇ ਸ਼ਹਿਰ ਦਾ ਪਤਾ ਹੋਵੇ ਵੀ ਉਹ ਰਹਿੰਦਾ ਕਿੱਥੇ ਹੈ, ਤੇ ਦੂਸਰਾ ਉਹਦਾ ਨਾਂ ਟਿਕਾਣਾ ਸਭ ਕੁਝ ਪਤਾ ਹੋਵੇ ਵੀ ਉਹਨੂੰ ਮੈਂ ਮਿਲਣਾ ਕਿੱਥੇ ਜਾ ਕੇ ਹੈ। ਆ ਮਨੁੱਖਾ ਜੀਵਨ ਇਹ ਇੱਕ ਸ਼ਹਿਰ ਦੀ ਨਿਆਈ ਸੀ ਜੀ। ਇੱਥੋਂ ਤੱਕ ਜਦੋਂ ਇਹ ਸਫ਼ਰ ਕਰਕੇ ਇਨਸਾਨ ਪਹੁੰਚਦਾ ਹੈ ਨਾ, ਫਿਰ ਦੂਸਰੀ ਗੱਲ ਇਹ ਹੋ ਜਾਂਦੀ ਹੈ ਜੀ, ਹੁਣ ਜਦੋਂ ਇੱਥੇ ਆ ਗਿਆ, ਕਈ ਵਾਰ ਇਸ ਇਨਸਾਨ ਨੂੰ ਘਰ ਦੇ ਵਿੱਚ ਜਿਹਨੂੰ ਮਿਲਣਾ ਨਾ, ਉਹਨੂੰ ਘਰ ਦੇ ਵਿੱਚ ਕਈ ਵਾਰੀ ਨਹੀਂ ਮਿਲਦਾ, ਉਹਦੀ ਉਡੀਕ ਵੀ ਕਰਨੀ ਪੈਂਦੀ ਹੈ। ਉਹਨੂੰ ਵਾਰ-ਵਾਰ ਯਾਦ ਕਰਨਾ ਪੈਂਦਾ ਹੈ। ਤੇ ਇੱਕ ਵਕਤ ਉਹ ਆਉਂਦਾ ਜਦੋਂ ਉਹਦਾ ਮਿਲਾਪ ਹੋ ਜਾਂਦਾ ਹੈ। ਇਨਸਾਨ ਇੱਥੇ ਜਦੋਂ ਹੁਣ ਸੰਸਾਰ ਤੇ ਆ ਮਨੁੱਖਾ ਜੀਵਨ ਆਪਾਂ ਸਾਰੇ ਹੀ ਲੈ ਕੇ ਆਏ ਆ। ਦੋ ਤਰ੍ਹਾਂ ਦਾ ਰਸਤਾ ਸੀ ਜੀ ਇਹਦੇ ਅੱਗੇ। ਇੱਕ ਤਾਂ ਰਸਤਾ ਉਹ ਸੀ ਜਿਸ ਰਸਤੇ ਦੇ ਉੱਤੇ ਭੀੜ ਬੜੀ ਹੈ, ਦੁਨੀਆ ਦੇ ਲੋਕ ਬੜੇ ਨੇ, ਇੱਕ ਦੂਸਰੇ ਦੇ ਪੈਰ ਮਿੱਧਦੇ ਫਿਰਦੇ ਨੇ, ਬੜਾ ਇਕੱਠ ਹੋਏ ਹੈ, ਚਮਕ ਦਮਕ ਵਾਲਾ ਉਹ ਰਸਤਾ। ਇੱਕ ਰਸਤਾ ਉਹ ਹੈ ਜਿਹੜਾ ਬਿਲਕੁਲ ਉਦਾਸੀ ਜੀ ਦੀ ਤਰ੍ਹਾਂ ਹੈ ਜੀ, ਸ਼ਾਂਤਮਈ ਹੈ, ਸਹਿਜ ਅਵਸਥੇ ਵਾਲਾ। ਉਹਦੇ ਵਿੱਚ ਕਦੇ ਨਾ ਕਦੇ ਕੋਈ ਇੱਕ ਦਾ ਰਾਹੀ ਪਾਂਦੀ ਲੰਘਦਾ ਹੈ। ਮਨੁੱਖ ਦੇ ਮਨ ਦੇ ਵਿੱਚ ਵਿਚਾਰ ਪੈਦਾ ਹੋਈ ਉਹ ਮੰਦਾ ਵੀ ਇਹ ਰਸਤਾ ਕਿਹੜਾ ਹੋਵੇ, ਵੀ ਮੈਂ ਕਿਹੜਾ ਰਸਤਾ ਚੁਣਾ ਵੀ ਜਿਹੜਾ ਮੈਂ ਆਪਣੀ ਅਸਲ ਮੰਜ਼ਿਲ ਤੱਕ, ਉਹਦੇ ਘਰ ਤੱਕ ਮੇਰੀ ਪਹੁੰਚ ਬਣ ਜਾਏ। ਇੱਥੇ ਇੱਕ ਬਜ਼ੁਰਗ ਆਇਆ, ਉਸ ਬਾਬੇ ਨੇ ਆ ਕੇ ਪੁੱਛਿਆ, ਕਹਿਣ ਲੱਗੇ ਮਨ ਦੇ ਵਿੱਚ ਇਨਸਾਨ ਕੀ ਸੋਚਦਾ ਹੈ? ਕਹਿੰਦਾ ਜੀ ਵੀ ਮੈਂ ਇਹ ਸੋਚ ਰਿਹਾ ਵੀ ਮੈਂ ਇਹਨਾਂ ਦੇ ਵਿੱਚੋਂ ਰਸਤਾ ਚੁਣਾ ਕਿਹੜਾ। ਮੈਂ ਉਹਦੇ ਘਰ ਦੇ ਵਿੱਚ ਜਾਣਾ ਹੈ, ਕਿਵੇਂ ਮੇਰੀ ਉੱਥੋਂ ਤੱਕ ਪਹੁੰਚ ਬਣੇਗੀ। ਉਸ ਬਜ਼ੁਰਗ ਨੇ ਫਿਰ ਇੱਕ ਗੱਲ ਸਮਝਾਈ, ਉਸ ਬਾਬੇ ਨੇ ਇੱਕ ਗੱਲ ਸਮਝਾਈ ਹੈ। ਕਹਿੰਦੇ ਵੀ ਜੇ ਤੂੰ ਇੱਕ ਰਸਤੇ ਤੇ ਤੁਰਨਾ ਨਾ ਤੇ ਇਹਨਾਂ ਗੱਲਾਂ ਦਾ ਕਹਿੰਦੇ ਖਿਆਲ ਰੱਖੀ। ਪਹਿਲੀ ਗੱਲ ਤਾਂ ਇਹ, ਤੇਰੇ ਕੋਲ ਜਿਹੜੀ ਪੂੰਜੀ ਹੈ ਨਾ ਬਹੁਤ ਮਹਿੰਗੀ ਹੈ। ਜੇ ਕਿਤੇ ਇਹ ਪੂੰਜੀ ਇਸ ਰਸਤੇ ਤੇ ਗਲਤ ਰਸਤਾ ਚੁਣ ਲਿਆ, ਜੇ ਕਿਤੇ ਇਹ ਪੂੰਜੀ ਗਵਾਚ ਗਈ ਤੇ ਤੇਰੇ ਹੱਥ ਨਹੀਂ ਦੁਬਾਰਾ ਆਉਣੀਗੀ। ਅਸਲ ਦੇ ਵਿੱਚ ਉਹ ਪੂੰਜੀ ਸੀ ਜੀ ਸਵਾਸ। ਇਨਸਾਨ ਕੋਲੋਂ ਇੱਕ ਵਾਰ ਸਵਾਸ ਚਲੇ ਜਾਣ ਦੁਬਾਰਾ ਆਉਣੇ ਬਹੁਤ ਮੁਸ਼ਕਲ ਹੈ, ਫਿਰ ਆਉਂਦੇ ਨਹੀਂ, ਜੂਨਾਂ ਦੀ ਭਟਕਣਾ ਲੱਗ ਜਾਂਦੀ ਹੈ। ਔਰ ਦੂਸਰੀ ਗੱਲ ਇਹ ਸਮਝਾ ਦਿੱਤੀ, ਕਹਿਣ ਲੱਗੇ ਵੀ ਦੂਜੀ ਗੱਲ ਇਹ ਵੀ ਜਿਹੜਾ ਤੂੰ ਰਸਤਾ ਦੇਖਣਾ ਚਾਹੁੰਦਾ ਨਾ, ਕਹਿੰਦੇ ਵੀ ਆਹ ਜਿਹੜਾ ਚਮਕ ਦਮਕ ਵਾਲਾ ਰਸਤਾ, ਕਹਿੰਦੇ ਇਹ ਰਸਤੇ ਨਾ ਜਾਈ, ਇਹ ਰਸਤਾ ਹੋਰ ਪਾਸੇ ਲੈ ਤੁਰੇਗਾ।
ਆ ਜਿਹੜਾ ਕਹਿੰਦੇ ਸਹਿਜ ਵਾਲਾ ਰਸਤਾ ਹੈ ਨਾ, ਇਸ ਰਸਤੇ ਤੇ ਜਾਈ। ਇਸ ਰਸਤੇ ਦੇ ਉੱਤੇ ਕੋਈ ਵਿਰਲਾ, ਕੋਈ ਕੱਲਾ, ਕੋਈ ਕਿਤੇ ਨਾ ਕਿਤੇ ਤੈਨੂੰ ਕੱਲਾ ਮਿਲੇਗਾ, ਬਹੁਤਾ ਇਕੱਠ ਨਹੀਂ ਇਹਦੇ ਉੱਤੇ। ਤੇ ਕਬੀਰ ਸਾਹਿਬ ਜੀ ਨੇ ਵੀ ਬਚਨ ਕੀਤਾ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਜਿਹੇ ਮਾਰਗ ਪੰਡਤ ਗਏ ਪਾਛੇ ਭਰੀ ਵਹੀਰ, ਇੱਕ ਅਵਘਟ ਘਾਟੀ ਰਾਮ ਕੀ ਤਿਹ ਚੜ ਰਹੇ ਹੋ। ਕਬੀਰ ਜਿਹੜੀ ਔਖੀ ਘਾਟੀ ਸੀ, ਔਖਾ ਰਸਤਾ ਸੀ ਨਾ, ਉਸ ਰਸਤੇ ਦੇ ਕਬੀਰ ਸਾਹਿਬ ਜੀ ਕਹਿੰਦੇ ਵੀ ਇਕੱਲਾ ਹੀ ਮੈਂ ਤੁਰਿਆ। ਉਹਦੇ ਕੋਈ ਵਿਰਲਾ ਸੀਗਾ ਜੀ, ਕੋਈ ਕਦੇ ਕਦਾਈ ਆ ਕੇ ਮਿਲਦਾ ਸੀ, ਹਰ ਵਾਰ ਨਹੀਂ। ਤੇ ਨਾਲ ਇੱਕ ਗੱਲ ਸਮਝਾ ਦਿੱਤੀ, ਇਸ ਰਸਤੇ ਤੇ ਚੱਲਦਿਆਂ ਤੈਨੂੰ ਠੱਗ ਵੀ ਬੜੇ ਮਿਲਣਗੇ। ਇਸ ਰਸਤੇ ਦੇ ਉੱਤੇ ਚੱਲਦੇ ਆ ਨਾ, ਬੜੇ ਠੱਗਾਂ ਨੇ ਮਿਲਣਾ, ਜਿਨ੍ਹਾਂ ਦੇ ਵਿੱਚ ਜੀ, ਕਿਉਂਕਿ ਜਿਹੜਾ ਪਿੰਡ ਹੈ ਇਹ ਰਸਤਾ ਬੜਾ ਔਖਾ ਹੈ। ਤੇ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਭਗਤਾਂ ਕੀ ਚਾਲ ਨਰਾਲੀ, ਚਾਲਾਂ ਨਰਾਲੀ, ਭਗਤਾਂ ਹੈ ਕਿਹੜੀ ਬਿਖ ਮਾਰਗ ਚੱਲਣਾ। ਔਖੇ ਰਸਤੇ ਦੀ ਗੱਲ ਕੀਤੀ ਗਈ ਤੇ ਨਾਲ ਸਮਝਾ ਦਿੱਤਾ। ਕਹਿਣ ਲੱਗੇ ਨਾ, ਇੱਥੇ ਠੱਗਾਂ ਨੇ ਬੜਾ ਮਿਲਣਾ। ਸਭ ਤੋਂ ਪਹਿਲਾਂ ਤਾਂ ਅੰਦਰ ਜਿਹੜੇ 5 ਠੱਗ ਨੇ, ਇਹਨਾਂ ਨੇ ਸਭ ਕੁਝ ਲੁੱਟ ਲੈਣਾ। ਇਹ ਲੁੱਟਣ ਵਾਲੇ ਲੁਟੇਰੇ, ਇਹਨਾਂ ਤੋਂ ਬੜਾ ਬਚ ਕੇ ਰਹਿਣਾ ਪਏਗਾ। ਜਿਹਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਜ਼ਿਕਰ ਕਰਦੇ ਨੇ, ਸਤਿਗੁਰੂ ਕਹਿੰਦੇ ਨਾ, ਇਸ ਦੇਹੀ ਅੰਦਰ 5 ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟਾ ਮਨਮੁਖ ਨਹੀਂ ਬੂਝਾ ਕੋਈ ਨਾ ਸੁਣੈ ਪੁਕਾਰਾ। ਉੱਥੇ ਕਹਿੰਦੇ ਪੁਕਾਰ ਸੁਣਨ ਵਾਲਾ ਛੇਤੀ ਨੇੜੇ ਨਹੀਂ ਕੋਈ ਹੁੰਦਾਗਾ। ਫਿਰ ਇੱਕ ਗੱਲ ਹੋਰ ਸਮਝਾ ਦਿੱਤੀ। ਕਹਿਣ ਲੱਗੇ, ਦੇਖ ਹੁਣ ਤੈਨੂੰ ਇਹ ਵੀ ਦੱਸ ਦਿੱਤਾ ਗਿਆ ਵੀ ਤੇਰੇ ਕੋਲੇ ਪੂੰਜੀ ਮਹਿੰਗੀ ਹੈ, ਸਵਾਸਾਂ ਰੂਪ ਪੂੰਜੀ। ਦੂਸਰੀ ਗੱਲ ਇਹ ਸਮਝਾ ਦਿੱਤੀ ਗਈ ਵੀ ਜਿਹੜਾ ਰਸਤਾ ਤੇਰੇ ਲਈ, ਆਹ ਰਸਤਾ ਜਿਹੜਾ ਇਹ ਠੀਕ ਰਹੇਗਾ, ਤੈਨੂੰ ਅਸਲ ਰਸਤਾ ਵੀ ਦੱਸ ਦਿੱਤਾ। ਤੀਜੀ ਗੱਲ ਇਹ ਵੀ ਦੱਸ ਦਿੱਤੀ, ਇਹਦੇ ਉੱਤੇ ਲੁਟੇਰੇ ਵੀ ਬਹੁਤ ਨੇ, ਉਹਨਾਂ ਤੋਂ ਬਚਣਾ ਕਿਵੇਂ ਇਹ ਵੀ ਦੱਸ ਦਿੱਤਾ ਗਿਆ। ਤੇ ਚੌਥੀ ਗੱਲ ਬਜ਼ੁਰਗ ਨੇ ਪੁੱਛ ਲਈ। ਕਹਿਣ ਲੱਗੇ ਵੀ ਜਿਹਨੂੰ ਮਿਲਣਾ ਤੈਨੂੰ ਉਹਦਾ ਨਾਮ ਪਤਾ ਹੈ ਵੀ ਨਾਮ ਕੀ, ਉਹ ਰਹਿੰਦਾ ਕਿੱਥੇ ਹੈ? ਇਨਸਾਨ ਨੇ ਕਿਹਾ, ਨਹੀਂ ਜੀ। ਮੈਂ ਇੱਕ ਵਾਰ ਫਿਰ ਬੇਨਤੀ ਕਰਾਂ, ਇਹ ਬਜ਼ੁਰਗ, ਇਹ ਬਾਬਾ ਕੋਈ ਹੋਰ ਨਹੀਂ, ਇਹ ਮੇਰੇ ਸਤਿਗੁਰੂ ਪਾਤਸ਼ਾਹ ਆਪ ਨੇ। ਇਹ ਗੁਰੂ ਸਮਝਾ ਰਿਹਾ ਵੀ ਅਕਾਲ ਪੁਰਖ ਦੇ ਘਰ ਦੇ ਵਿੱਚ ਜਾਣ ਦੇ ਲਈ ਕਿੰਨਾਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਹੈ। ਪਾਤਸ਼ਾਹ ਨੇ ਫਿਰ ਇੱਥੇ ਦੱਸਿਆ ਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੈਨੂੰ ਉਹਦਾ ਨਾਮ? ਕਹਿੰਦੇ ਜੀ ਮੈਨੂੰ ਨਾਮ ਤਾਂ ਪਤਾ ਨਹੀਂ, ਮੈਂ ਆ ਤਾਂ ਗਿਆ, ਕਿਰਪਾ ਕਰਕੇ ਮੈਨੂੰ ਦੱਸੋ। ਕਹਿਣ ਲੱਗੇ ਵੀ ਦੇਖੋ, ਅਸਲ ਦੇ ਵਿੱਚ ਜਿਹੜਾ ਉਹਦਾ ਘਰ ਹੈ ਜੀ, ਉਹ ਘਰ ਹੈ ਸੱਚਖੰਡ। ਤੇ ਦੂਸਰੀ ਗੱਲ ਕਹੀ, ਕਹਿਣ ਲੱਗੇ ਵੀ ਉਹਦੇ ਨਾਮ ਬਹੁਤ ਨੇ, ਪਰ ਇੱਕ ਤੈਨੂੰ ਸੌਖਾ ਜਿਹਾ ਨਾਮ ਦੱਸ ਦਿੰਦਾ, ਉਹ ਤੇਰੇ ਨਾਮ ਚੇਤੇ ਰਹਿ ਜਾਏਗਾ। ਬਸ ਕਹਿੰਦੇ ਉਹਦਾ ਨਾਮ ਹੈ ਵਾਹਿਗੁਰੂ। ਆਹ ਨਾਮ ਨਾ ਭੁੱਲੀ, ਇਹ ਨਾ ਛੱਡੀ। ਜਦੋਂ ਜਦ ਤੱਕ ਇਹ ਤੇਰੇ ਨਾਲ ਰਹੇਗਾ, ਤੂੰ ਇਹਨੂੰ ਯਾਦ ਕਰਦਾ ਰਹੇਗਾ, ਆਹ ਨਾਮ ਨੂੰ ਸਿਮਰਦਾ ਰਹੇਗਾ, ਤੈਨੂੰ ਠੱਗ ਨਹੀਂ ਕੁਝ ਕਰਨ ਸਕਣਗੇ, ਤੂੰ ਰਸਤੇ ਤੋਂ ਭਟਕੇਗਾ ਨਹੀਂ, ਤੇਰੀ ਜਿਹੜੀ ਸਵਾਸਾਂ ਦੀ ਪੂੰਜੀ ਉਹ ਵੀ ਬਚੀ ਰਹੇਗੀ। ਤੇ ਇੱਕ ਗੱਲ ਹੋਰ, ਜਿਹੜੀ ਪੰਜਵੀਂ ਗੱਲ ਸਮਝਾਈ ਹੈ ਨਾ, ਕਹਿਣ ਲੱਗੇ ਵੀ ਜਦੋਂ ਉਸ ਮੰਜ਼ਿਲ ਤੇ ਚੱਲਦਾ ਹੋਇਆ, ਉਸ ਰਸਤੇ ਦੇ ਉੱਤੇ ਜਦੋਂ ਮੰਜ਼ਿਲ ਤੇ ਪਹੁੰਚਿਆ, 2 ਗੱਲਾਂ ਦਾ ਖਿਆਲ ਰੱਖੀ। ਇੱਕ ਤਾਂ ਰਸਤੇ ਵਿੱਚ ਆਉਂਦਿਆਂ ਜਿਹੜੀਆਂ ਭੁੱਲਾਂ ਹੋਈਆਂ ਨੇ, ਪਰਮਾਤਮਾ ਦੇ ਘਰ ਤੱਕ ਪਹੁੰਚਣ ਦੇ ਲਈ ਵਾਰ-ਵਾਰ ਉਹਦੇ ਅੱਗੇ ਅਰਦਾਸਾਂ ਕਰਦਾ ਰਹੀ। ਤੇ ਨਾਲ ਗੱਲ ਕਹਿ ਦਿੱਤੀ ਹੈ, ਕਹਿੰਦੇ ਜਿੰਨੀਆਂ ਵੀ ਭੁੱਲਾਂ ਹੋਈਆਂ ਨੇ ਉਹਦੀ ਮਾਫੀ ਜ਼ਰੂਰ ਮੰਗ ਲਈ, ਕਿਉਂਕਿ ਅਰਦਾਸ ਦੇ ਵਿੱਚ, ਮਾਫੀ ਦੇ ਵਿੱਚ ਸਭ ਤੋਂ ਵੱਡੀ ਬਖਸ਼ਿਸ਼ ਵਰਤ ਜਾਂਦੀ ਹੈ। ਗੁਰੂ ਦੇ ਨਾਲ ਮਿਲਾਪ ਕਰਨ ਦੇ ਲਈ ਜਦੋਂ ਹੁਣ ਆ ਬਚਨ ਕੀਤੇ ਤੇ ਮੇਰੇ ਸਤਿਗੁਰੂ ਪਾਤਸ਼ਾਹ ਨੂੰ ਫਿਰ ਬੇਨਤੀ ਕੀਤੀ। ਕਹਿਣ ਲੱਗੇ, ਦੇਖੋ ਜੀ, ਕਹਿੰਦੇ ਤੁਸੀਂ ਆ ਦੱਸ ਵੀ ਦਿੱਤਾ, ਕਹਿੰਦੇ ਵੀ ਸਭ ਕੁਝ ਠੀਕ ਹੈ, ਜਿਹਦੇ ਬਾਰੇ ਤੁਸੀਂ ਦੱਸਿਆ, ਕਿਰਪਾ ਕਰਕੇ ਸਤਿਗੁਰੂ ਪਾਤਸ਼ਾਹ ਜੇ ਹੁਣ ਮੇਰੇ ਤੇ ਇੱਕ ਰਹਿਮਤ ਵਰਤਾਓ ਤੇ ਮੇਰੇ ਨਾਲ ਤੁਸੀਂ ਆਪ ਕਿਰਪਾ ਕਰਕੇ ਅੰਗ ਸੰਗ ਨਿਭੋ।
ਤੇ ਮੈਨੂੰ ਉਸ ਪ੍ਰਮਾਤਮਾ ਦੇ ਘਰ ਦੇ ਵਿੱਚ ਤੁਸੀਂ ਆਪ ਅਕਾਲ ਪੁਰਖ ਨੂੰ ਮਿਲਾ ਸਕਦੇ ਹੋ। ਤੇ ਇਹ ਵੀ ਗੱਲ ਧਿਆਨ ਦੇ ਵਿੱਚ ਰੱਖਣੀ ਗੁਰਮਖੋ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਿਨ ਸਤਿਗੁਰ ਕਿਨੈ ਨਾ ਪਾਇਆ, ਬਿਨ ਸਤਿਗੁਰ ਕਿਨੈ ਨਾ ਪਾਇਓ। ਸਤਿਗੁਰ ਵਿੱਚ ਆਪ ਰਖਿਓ ਨ ਕਰ ਪ੍ਰਗਟ ਆਖ ਸੁਣਾਇਆ, ਕਿਉਂਕਿ ਉਹ ਪਾਰ ਬ੍ਰਹਮ ਪਰਮੇਸ਼ਰ ਗੁਰੂ ਹੀ ਸਤਿਗੁਰੂ ਅਕਾਲ ਪੁਰਖ ਦੇ ਨਾਲ ਮਿਲਾ ਸਕਦਾ ਹੈ। ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਗੁਰੂ ਤੋਂ ਬਿਨਾ ਹੋਰ ਕੋਈ ਮਿਲਾਉਣ ਦੇ ਵਿੱਚ ਸਮਰੱਥ ਨਹੀਂ। ਕੱਲਾ ਇੱਕ ਕੇਵਲ ਤੇ ਕੇਵਲ ਇਹ ਸਤਿਗੁਰੂ ਹੀ ਹੈ ਜਿਹੜਾ ਉਸ ਪ੍ਰਮਾਤਮਾ ਦੇ ਨਾਲ ਸਾਡਾ ਮਿਲਾਪ ਕਰਵਾ ਸਕਦਾ। ਤੇ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਪਵਿੱਤਰ ਕਿਰਪਾ ਵਰਤਾਈ ਹੈ ਨਾ, ਰਹਿਮਤ ਵਰਤਾਈ ਬਚਨਾਂ ਦੁਆਰਾ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮੈਲਾ ਹਰਿ ਕੇ ਨਾਮ ਬਿਨ ਜੀਓ। ਪਰਮਾਤਮਾ ਦੇ ਨਾਮ ਤੋਂ ਬਿਨਾ ਇਸ ਮਨ ਨੂੰ ਕਹਿੰਦੇ ਤਰ੍ਹਾਂ ਤਰ੍ਹਾਂ ਦੀ ਇਸ ਜੀਵ ਦੇ ਮਨ ਨੂੰ ਮੈਲ ਲੱਗੀ ਹੋਈ ਹੈ। ਇੱਕ ਦੇ ਜਨਮ ਦੀ ਗੱਲ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੁਆ ਸਿਆਹੋ। ਖਨਲੀ ਤੋਤੀ ਉਜਲੀ ਨਾ ਹੋਵੀ ਜੇ ਸੋ ਧੋਵਣ ਪਾਹੋ। ਫਿਰ ਸਤਿਗੁਰੂ ਨੂੰ ਬੇਨਤੀ ਕੀਤੀ ਦਾਤਾ ਆਪ ਕਿਰਪਾ ਕਰਕੇ ਦੱਸੋ ਇਹ ਮਨ ਦੀ ਮੈਲ ਉਤਰੇਗੀ ਕਿਵੇਂ, ਦੂਰ ਕਿਵੇਂ ਹੋਏਗੀ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਰੋਜ਼ ਕਿਰਪਾ ਵਰਤਾਉਂਦੇ ਨੇ। ਸਤਿਗੁਰੂ ਕਹਿੰਦੇ ਨਾ ਭਰੀਆ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇ ਕੇ ਰੰਗ। ਪ੍ਰਮਾਤਮਾ ਦੇ ਨਾਮ ਦੇ ਨਾਲ ਹੀ ਇਸ ਮੈਲ ਨੇ, ਮਨ ਦੀ ਮੈਲ ਨੇ ਧੋਤਾ ਜਾੜਾ ਹੈ। ਪ੍ਰਮਾਤਮਾ ਦੇ ਨਾਮ ਤੋਂ ਬਿਨਾ ਇਹ ਜਿਹੜੀ ਮਨ ਦੀ ਮੈਲ ਹੈ ਇਹ ਦੂਰ ਨਹੀਂ ਹੋ ਸਕਦੀ ਕਿ ਸਿਰਫ ਪ੍ਰਮਾਤਮਾ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਇਸ ਮੈਲ ਨੇ ਦੂਰ ਹੋਣਾ ਹੈ ਜੀ। ਤਿਨ ਪ੍ਰਭ ਸਾਚੈ ਆਪ ਭੁਲਾਇਆ। ਕਹਿੰਦੇ ਵੀ ਜਿਹੜੇ ਇਹ ਕਰਮ ਨੇ ਨਾ ਜੀ, ਜਿਹਨੂੰ ਆਦ ਵਿਆਦ ਉਪਾਦ, ਇਹ ਤਾਂ ਇੱਕ ਰੋਗ ਹੋ ਗਏ। ਤੇ ਇੱਕ ਕਰਮ ਨੇ, ਤਿੰਨ ਤਰ੍ਹਾਂ ਦੇ ਕਰਮ ਜਿਨ੍ਹਾਂ ਦੇ ਵਿੱਚ ਪ੍ਰਾਲਬਧ ਹੋ ਗਏ ਜੀ, ਕਿਰਿਆਮਾਨ ਹੋ ਗਏ ਤੇ ਸੰਚਿਤ ਹੋ ਗਏ। ਸਭ ਤੋਂ ਪਹਿਲਾਂ ਜਿਹੜੇ ਕਿਰਿਆਮਾਨ ਨੇ ਕਰਮ, ਕਿਰਿਆਮਾਨ ਦਾ ਅਰਥ ਹੁੰਦਾ ਜੀ ਕਰਨ ਦੀ ਕਿਰਿਆ, ਕਰਮਾਂ ਨੂੰ ਕਰਨਾ। ਕੋਈ ਵੀ ਕਰਮ, ਹੁਣ ਆਪਾਂ ਇੱਥੇ ਸਤ ਸੰਗਤ ਦੇ ਵਿੱਚ ਬੈਠ ਕੇ ਕਰਮ ਕਮਾ ਰਹੇ ਆ, ਤੇ ਇਹ ਵੀ ਧਿਆਨ ਦੇ ਵਿੱਚ ਰੱਖਿਓ ਗੁਰਮਖੋ 84 ਲੱਖ ਜੂਨ ਦੇ ਵਿੱਚੋਂ ਆ ਜਿਹੜਾ ਇੱਕ ਮਨੁੱਖਾ ਸਰੀਰ ਹੈ, ਇਸ ਮਨੁੱਖਾ ਸਰੀਰ ਦੇ ਵਿੱਚ ਰਹਿ ਕੇ ਹੀ ਕਰਮ ਕਮਾਏ ਜਾ ਸਕਦੇ ਹੈ। ਬਾਕੀ ਦੀਆਂ ਜਿਹੜੀਆਂ ਜੂਨਾਂ ਨੇ ਨਾ, ਪਸ਼ੂ ਪੰਛੀ ਹੋ ਗਏ, ਉਹ ਇੱਕ ਭੋਗ ਜੂਣਾ, ਉਹ ਕਰਮ ਕਮਾ ਨਹੀਂ ਸਕਦੇਗੇ। ਉਹ ਕਰਮ ਕਮਾਉਣ ਵਾਲੇ ਉਹ ਇੱਕ ਭੋਗ ਜੂਨਾ ਦੇ। ਮਨੁੱਖਾ ਸਰੀਰ ਦੇ ਵਿੱਚ, ਮਨੁੱਖਾ ਜਨਮ ਦੇ ਵਿੱਚ ਰਹਿ ਕੇ ਇਨਸਾਨ ਕਰਮ ਕਮਾਉਂਦਾ ਹੈ। ਹੁਣ ਇਨਸਾਨ ਸਵੇਰ ਤੋਂ ਲੈ ਕੇ ਸੰਧਿਆ ਵੇਲੇ ਤੱਕ, ਜਾਂ ਆਪਾਂ ਕਹਿ ਦਈਏ ਆਪਣੀ ਜ਼ਿੰਦਗੀ ਦੇ ਵਿੱਚ ਇਹਨੇ ਕਿੰਨੇ ਚੰਗੇ ਕਰਮ ਕੀਤੇ, ਕਿੰਨੇ ਮੰਦੇ ਕੀਤੇ, ਇਹ ਹੁੰਦੇ ਤਾਂ ਦੋਨੇ ਬਰਾਬਰ ਹੀ ਲਿਖੇ ਜਾਂਦੇ ਆ ਨਾ। ਇਹਨਾਂ ਨੂੰ ਕਹਿੰਦੇ ਨੇ ਜੀ ਕਿਰਿਆਮਾਨ, ਕਰਮਾਂ ਨੂੰ ਕਰਨ ਦੀ ਕਿਰਿਆ। ਜਿਉਂ-ਜਿਉਂ ਇਨਸਾਨ ਫਿਰ ਕਰਮ ਕਰਦਾ ਹੈ ਨਾ, ਉਹ ਇਕੱਠੇ ਹੋਈ ਜਾਂਦੇ ਨੇ, ਜਿਹਨੂੰ ਕਹਿੰਦੇ ਨੇ ਸੰਚਿਤ ਕਰਮ ਹੋ ਗਏ। ਸੰਚਿਤ ਦਾ ਅਰਥ ਹੈ ਜੀ ਇਕੱਠੇ ਕਰਨਾ। ਕਿਸੇ ਨੇ ਚੰਗੇ ਕਰਮ ਇਕੱਠੇ ਕਰ ਲਏ, ਕਿਸੇ ਨੇ ਪਾਪ ਕਰਮ ਇਕੱਠੇ ਕਰ ਲਏ। ਫਿਰ ਇਹਨਾਂ ਕਰਮਾਂ ਦੇ ਉੱਤੇ ਕਿੰਨਾ ਸਮਾਂ ਇਹਨੇ ਸਤ ਸੰਗਤ ਕੀਤੀ, ਕਿੰਨੀ ਬਾਣੀ ਪੜ੍ਹੀ, ਕਿੰਨਾ ਸਿਮਰਨ ਕੀਤਾ, ਕਿੰਨੇ ਚੰਗੇ ਕਰਮ ਕੀਤੇ, ਫਿਰ ਪ੍ਰਮਾਤਮਾ ਉਸ ਹਿਸਾਬ ਦੇ ਨਾਲ ਇਹਨੂੰ ਜਨਮ ਦਿੰਦਾ ਜੀ। ਤੇ ਜਦੋਂ ਇਨਸਾਨ ਨੂੰ ਫਿਰ ਇਹ ਮਨੁੱਖਾ ਜੀਵਨ ਕਈ ਵਾਰ ਮਿਲ ਜਾਂਦਾ ਹੈ ਨਾ, ਤੇ ਗੁਰਮਖੋ ਪਿੱਛੇ ਫਿਰ ਜਿੰਨੇ ਕਰਮ ਕਰਕੇ ਆਇਆ, ਕਈ ਵਾਰ ਆਪਾਂ ਕਹਿੰਦੇ ਆ ਨਾ ਵੀ ਇਸ ਪ੍ਰਮਾਤਮਾ ਦੀ ਪਾਈ ਆ ਚੰਗੀ ਕਿਸਮਤ ਜਾਗੀ, ਵੀ ਇਹਦਾ ਪਿਛਲਾ ਕੀਤਾ ਹੋਇਆ ਚੰਗਾ ਕਰਮ ਹੈ, ਕੋਈ ਇਹਨੇ ਕੋਈ ਪਿੱਛੇ ਚੰਗੀ ਬੰਦਗੀ ਕੀਤੀ ਹੈ, ਪ੍ਰਮਾਤਮਾ ਦਾ ਨਾਮ ਜਪਿਆ ਹੋਇਆ, ਜਿਹੜਾ ਹੁਣ ਸੁੱਖ ਆਰਾਮ ਭੋਗ ਰਹੇ ਹੈ। ਗੁਰਮਖੋ ਪਾਤਸ਼ਾਹ ਕਹਿੰਦੇ ਨੇ ਉਸ ਸੱਚੇ ਪ੍ਰਮਾਤਮਾ ਨੇ ਕਰਮਾਂ ਅਨੁਸਾਰ ਕਹਿੰਦੇ ਆ ਜਿਹੜਾ ਕਹਿੰਦੇ ਵਿਸ਼ੇ ਵਿਕਾਰ ਹੈ ਨਾ ਤਰ੍ਹਾਂ ਤਰ੍ਹਾਂ ਦੇ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਵਰਤਾਉਂਦੇ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਸਰਵਣ ਕਰੀਏ ਜੀ। ਤਿਨ ਪ੍ਰਭ ਸਾਚੈ ਆਪ ਭੁਲਾਇਆ।
ਕਹਿੰਦੇ ਵੀ ਉਸ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਇਨਸਾਨ ਕਈ ਵਾਰ ਕਰਮਾਂ ਦਾ ਕਰਕੇ ਉਸ ਪ੍ਰਭੂ ਨੂੰ ਭੁਲਾ ਦਿੰਦਾ ਜੀ, ਵਿਸਾਰ ਦਿੰਦਾ ਪ੍ਰਮਾਤਮਾ ਨੂੰ। ਅਕਾਲ ਪੁਰਖ ਵਾਹਿਗੁਰੂ ਨੂੰ ਭੁਲਾ ਛੱਡਦਾ ਇਨਸਾਨ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਜਦੋਂ ਪ੍ਰਮਾਤਮਾ ਨੂੰ ਇਨਸਾਨ ਕਰਮਾਂ ਕਰਕੇ ਭੁੱਲਦਾ ਨਾ, ਦੇਖੋ ਜੀ ਦੋਸ਼ ਕਿਸੇ ਨੂੰ ਨਹੀਂ ਦਿੱਤਾ ਜਾਂਦਾਗਾ ਇੱਥੇ। ਮਹਾਰਾਜ ਕਹਿੰਦੇ ਦੱਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਅਵਰ ਜਨਾ। ਕਹਿੰਦੇ ਜਿਹੜਾ ਕੁਝ ਤੂੰ ਆਪ ਇਨਸਾਨ ਕੀਤਾ ਸੀ, ਜਿਹੜਾ ਹੱਥ ਨਾਲ ਬੀਜਿਆ, ਵੱਢਣਾ ਤਾਂ ਤੈਨੂੰ ਉਹ ਪੈ ਰਿਹਾ, ਉਹ ਕਿਸੇ ਨੂੰ ਤੂੰ ਦੋਸ਼ ਕਿਉਂ ਦੇ ਰਿਹਾ? ਇਹਦੇ ਵਿੱਚ ਕੋਈ ਕਿਸੇ ਦਾ ਦੋਸ਼ ਨਹੀਂ, ਦੋਸ਼ ਸਿਰਫ ਤੇਰਾ, ਕਿਉਂਕਿ ਤੂੰ ਆ ਸਰੀਰ ਰੂਪੀ ਧਰਤੀ ਦੇ ਵਿੱਚ ਜਿਹੜਾ ਕਰਮਾਂ ਰੂਪੀ ਬੀਜ ਪਾਇਆ, ਉਹ ਬੀਜ ਗਲਤ ਬੀਜ ਬੈਠਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਇਨਸਾਨ ਉਸ ਕਰਮਾਂ ਦਾ ਕਰਕੇ ਹੀ ਕਹਿਣ ਲੱਗੇ ਵੀ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਕਹਿੰਦੇ ਵੀ ਭੁਲਾ ਛੱਡਦਾ ਹੈ ਜੀ। ਬਿਖੈ ਠਗੌਰੀ ਪੀਓ, ਕਹਿੰਦੇ ਵੀ ਬਿਖੈ ਠਗੌਰੀ, ਬਿਖ ਕਹਿੰਦੇ ਨੇ ਜ਼ਹਿਰ ਨੂੰ, ਠਗੌਰੀ ਕਹਿੰਦੇ ਨੇ ਠੱਗਣੀ ਬੂਟੀ, ਜ਼ਹਿਰ ਵਾਲੀ ਬੂਟੀ। ਹੁਣ ਜ਼ਹਿਰ ਵਾਲੀ ਬੂਟੀ ਕਿਹੜੀ ਹੈ ਜੀ? ਇਹ ਤਰ੍ਹਾਂ ਤਰ੍ਹਾਂ ਦੇ ਜਿਹੜੇ ਪਦਾਰਥ ਨੇ, ਵਿਸ਼ੇ ਵਿਕਾਰ ਹੋ ਗਏ, ਤਰ੍ਹਾਂ ਤਰ੍ਹਾਂ ਦੇ ਜਿਹੜੇ ਮੰਦੇ ਕੁਕਰਮ ਭੋਗੜੇ ਨੇ। ਪਾਤਸ਼ਾਹ ਕਹਿਣ ਲੱਗੇ ਇਹ ਇੱਕ ਜ਼ਹਿਰ ਰੂਪ ਬੂਟੀ ਹੈ। ਜਦੋਂ ਇਨਸਾਨ ਮਾਇਆ ਦੇ ਛਲਿਆ ਜਾਂਦਾ ਹੈ ਔਰ ਵਿਸ਼ੇ ਵਿਕਾਰਾਂ ਦੇ ਵਿੱਚ ਚਲਿਆ ਜਾਂਦਾ, ਉਹ ਸਤਿਗੁਰੂ ਮਹਾਰਾਜ ਕਹਿੰਦੇ ਇਹ ਰੱਬ ਨੂੰ ਭੁਲਾ ਕੇ ਪ੍ਰਮਾਤਮਾ ਤੋਂ ਕੋਹਾਂ ਦੂਰ ਚਲਿਆ ਜਾਂਦਾ ਹੈ ਜੀ। ਵਿਸ਼ਰਾਮ ਦੇ ਕੇ ਸਤਿਗੁਰੂ ਅਰਜੁਨ ਦੇਵ ਮਹਾਰਾਜ ਕਿਰਪਾ ਕਰਦੇ ਨੇ। ਓਟ ਜਨਮ ਭ੍ਰਮਤਾ ਬਹੁ ਭਾਤੀ, ਕਹਿੰਦੇ ਵੀ ਇਹ ਜੀਵ ਕਰੋੜਾਂ ਜਨਮਾਂ ਤੇ ਕਈ ਪ੍ਰਕਾਰ ਦੀਆਂ ਜੂਨਾਂ ਦੇ ਵਿੱਚ ਕਹਿੰਦੇ ਭਰਮਦਾ ਰਹਿੰਦਾ ਹੈ। ਕਹਿੰਦੇ ਨਾ ਕਰੋੜਾਂ ਹੀ ਕਹਿੰਦੇ ਵੀ ਜਨਮ, ਕਈ ਪ੍ਰਕਾਰ ਦੀਆਂ ਜੂਨਾਂ ਦੇ ਵਿੱਚ ਜੀਵ ਕਹਿੰਦੇ ਘੁੰਮਦਾ ਰਹਿੰਦਾ, ਕਦੇ ਕੁੱਤਾ ਬਣ ਗਿਆ, ਕਦੇ ਸੱਪ ਬਣ ਗਿਆ, ਕਦੇ ਕੁਝ ਬਣ ਗਿਆ ਜੀ। ਤੇ ਇਹ ਜਨਮ ਕਿਵੇਂ ਹੋਇਆ ਜੀ ਇਹਦਾ? ਮਹਾਰਾਜ ਕਹਿੰਦੇ ਜਿਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ। ਕਹਿੰਦੇ ਜਿਹੋ ਜੀ ਦੀ ਬਾਸਨਾ ਸੀ ਉਹੋ ਜਿਹਾ ਨੂੰ ਜਨਮ ਮਿਲਿਆ। ਮਰਨ ਵੇਲੇ ਇਨਸਾਨ ਦੀ ਮਾਇਆ ਵਿੱਚ ਸੁਰਤ ਰਹਿ ਗਈ, ਸੱਪ ਬਣ ਗਿਆ ਜੀ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੁੱਤਰ ਧੀਆਂ ਦੇ ਵਿੱਚ ਸੁਰਤੀ ਰਹਿ ਗਈ, ਸੂਰੀ ਦਾ ਜਾਮਾ ਮਿਲ ਗਿਆ। ਤੇ ਜੇ ਇਹਦੀ ਘਰ ਦੇ ਵਿੱਚ ਸੁਰਤ ਰਹਿ ਗਈ, ਮਹਾਰਾਜ ਕਹਿੰਦੇ ਪ੍ਰੇਤ ਦਾ ਜਾਮਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਵੀ ਜ਼ਿਕਰ ਕੀਤਾ। ਸਤਿਗੁਰੂ ਕਹਿੰਦੇ ਨਾ ਜਿਤ ਲਾਗੋ ਮਨ ਵਾਸਨਾ, ਕਹਿੰਦੇ ਜਿਹੋ ਜੀ ਇਨਸਾਨ ਦੇ ਮਨ ਦੀ ਵਾਸਨਾ ਸੀਗੀ, ਉਸ ਵਾਸਨਾ ਦੇ ਅਨੁਸਾਰ ਕਹਿੰਦੇ ਇਹ ਕਈ ਤਰ੍ਹਾਂ ਦੀਆਂ ਜੂਨਾਂ ਦੇ ਵਿੱਚ ਭਟਕਦਾ ਰਿਹਾ। ਹੁਣ ਬਾਕੀ ਦੀਆਂ ਜਿਹੜੀਆਂ ਜੂਨਾਂ ਨੇ ਜੀ, ਇਸ ਜੂਨਾਂ ਦੇ ਵਿੱਚ ਦੇਖ ਲਓ ਕਈ ਜੂਨਾਂ ਉਹੋ ਜਿਹੀਆਂ ਨੇ ਕਿਸੇ ਦੀ ਘੰਟੇ ਦੀ ਉਮਰ ਹੁੰਦੀ ਹੈ ਤੇ ਕਈਆਂ ਦੀ 8 ਦਿਨਾਂ ਦੀ ਉਮਰ ਹੁੰਦੀ ਹੈ। ਆ ਤਿਤਲੀ ਆ ਨਾ ਜੀ, ਇਹ ਸਿਰਫ ਇਹਦੀ 14 ਦਿਨਾਂ ਦੀ ਉਮਰ ਹੈ, ਤੂੰ ਜ਼ਿਆਦਾ ਨਹੀਂ। ਕਈ ਉਹ ਨੇ ਜੀ ਜਿਹੜੇ ਹਜ਼ਾਰਾਂ ਸਾਲ ਖੜੇ ਰਹਿੰਦੇ ਹੈ। ਹੁਣ ਦਰਖਤ ਨੇ, ਪਹਾੜ ਨੇ, ਇੱਕ ਜੜ ਜੂਨਾ ਇਹ ਗੁਰਮਖੋ, ਇਹ ਵੀ ਜੂਨਾਂ ਦੇ ਵਿੱਚ ਆਉਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗਿਓ ਭਲਿਓ ਰੱਬ ਦਾ ਸ਼ੁਕਰ ਕਰਿਆ ਕਰ, ਸੱਚੇ ਪਾਤਸ਼ਾਹ ਨੇ ਤੈਨੂੰ ਆ ਸਰੀਰ ਦਿੱਤਾ, ਆ ਪ੍ਰਮਾਤਮਾ ਨੇ ਤੈਨੂੰ ਸਵਾਸ ਦਿੱਤੇ ਨੇ। ਇਹਨਾਂ ਸਵਾਸਾਂ ਦੀ ਸਾਂਭ ਸੰਭਾਲ ਕਰਿਆ ਕਰੋ, ਰੱਬ ਦੀ ਬੰਦਗੀ ਕਰਿਆ ਕਰ, ਸਿਮਰਨ ਕਰਿਆ ਕਰ। ਕੱਲ ਹੁਣ 31 ਦਸੰਬਰ ਸੀ, ਅੱਜ ਚਲੋ ਨਵਾਂ ਸਾਲ ਚੜਿਆ ਨਾ, 1 ਜਨਵਰੀ ਹੋਈ ਹੈ ਅੱਜ। ਗੁਰਮਖੋ ਕਈ ਤਾਂ ਰੱਬ ਦੇ ਪਿਆਰੇ ਉਹ ਸਨ ਜਿਨ੍ਹਾਂ ਨੇ ਕੱਲ ਸਾਰੀ ਰਾਤ ਬੈਠ ਸਿਮਰਨ ਕੀਤਾ, ਬਾਣੀ ਪੜ੍ਹੀ, ਕੀਰਤਨ ਸੁਣਿਆ, ਗੁਰੂ ਘਰਾਂ ਦੇ ਵਿੱਚ ਕੀਰਤਨ ਹੋਇਆ, ਉੱਥੇ ਸਤ ਸੰਗਤ ਦੇ ਵਿੱਚ ਹਾਜ਼ਰੀ ਭਰ ਕੇ ਮਨੁੱਖਾ ਜੀਵਨ ਨੂੰ ਸਫਲਾ ਕੀਤਾ। ਸੱਚੇ ਪਾਤਸ਼ਾਹ ਤੂੰ ਕਿਰਪਾ ਕੀਤੀ। ਕਈ ਲੋਕ ਉਹ ਸਨ ਜਿਨ੍ਹਾਂ ਨੇ ਸ਼ਰਾਬਾਂ ਦੇ ਦੌਰ ਚਲਾਏ, ਨੱਚੇ ਟੱਪੇ ਰਾਤ ਨੂੰ, ਫਿਰ ਉਹਨਾਂ ਨੂੰ ਹੁਣ ਅੰਮ੍ਰਿਤ ਵੇਲੇ ਜਾ ਕਿੱਥੇ ਆਉਂਦੀ ਹੈ ਜੀ? ਕਿੱਥੇ ਰੱਬ ਦੀ ਗੱਲ, ਕਿੱਥੇ ਪ੍ਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਦੀ ਗੱਲ? ਗੁਰਮਖੋ ਨਵਾਂ ਸਾਲ ਮਨਾਇਆ, ਬਸ ਉਹਦਾ ਹੀ ਭਾਗਾਂ ਵਾਲਾ, ਉਹਦਾ ਹੀ ਚੰਗਾ ਹੈ। ਦੇਖੋ ਜੀ ਆ ਚੜਿਆ ਨਾ ਹੁਣ ਨਵਾਂ ਸਾਲ, ਇਹਦੇ ਵਿੱਚ ਆਪਾਂ ਇਹ ਗੁਰੂ ਸਾਹਿਬ ਅੱਗੇ ਬੇਨਤੀ ਕਰਨੀ ਹੈ ਵੀ ਸੱਚੇ ਪਾਤਸ਼ਾਹ
ਪਿਛਲੇ ਸਾਲ ਮੈਂ ਇੰਨੀਆਂ ਬਾਣੀਆਂ ਦਾ ਨਿਤਨੇਮ ਕਰਦਾ ਸੀ, ਹੁਣ ਇੰਨੀ ਬਾਣੀਆਂ ਇੰਨਾ ਸਿਮਰਨ ਹੋਰ ਵਧਾਉਣਾ ਹੈ, ਇੰਨੀ ਸੇਵਾ ਵਧਾਉਣੀ ਹੈ, ਇੰਨੀ ਸੇਵਾ ਕਰਿਆ ਕਰਨੀ ਆ ਗੁਰੂ ਘਰ ਦੇ ਵਿੱਚ ਆ ਕੇ। ਇਹ ਫੇਰ ਹੀ ਫਾਇਦਾ ਜੀ ਇਹ ਸਾਲ ਮਨਾਏ ਦਾ, ਨਹੀਂ ਤਾਂ ਹੁਣ ਦੇਖੋ ਜੀ ਨਵਾਂ ਸਾਲ ਹੈ ਕੀ, ਕੱਲ 31 ਦਸੰਬਰ ਕੱਲ ਲੰਘੀ ਹੈ ਨਾ, ਕੱਲ ਸੂਰਜ ਵੀ ਉਹੋ ਜਿਹਾ ਚੜਿਆ, ਹਵਾ ਵੀ ਸੂਰਜ ਅੱਜ ਵੀ ਉਹੋ ਜਿਹਾ ਚੜ੍ਹਨਾ ਤੇ ਹਵਾ ਵੀ ਉਹੋ ਜਿਹੀ ਚੱਲਣੀ ਹੈ। ਉਹੀ ਮਨੁੱਖ ਮਿਲਣਗੇ, ਸਭ ਕੁਝ ਉਹੀ ਹੋਏਗਾ, ਪਰ ਗੁਰਮਖੋ ਨਵੀਂ ਸਿਰਫ ਇੱਕੋ ਹੀ ਚੀਜ਼ ਹੈ ਜਿਹਨੂੰ ਮਹਾਰਾਜ ਦੀ ਬਾਣੀ ਕਹਿੰਦੀ ਹੈ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਜਦੋਂ ਤੁਸੀਂ ਗੁਰੂ ਦੀ ਬਾਣੀ ਪੜੋਗੇ ਹਰ ਰੋਜ਼ ਨਵਾਂ ਰਸ ਆਏਗਾ, ਪਰਮਾਤਮਾ ਦੀ ਬੰਦਗੀ ਕਰੋਗੇ, ਉਹਦੇ ਲਈ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਧੰਨ ਸੋ ਵੇਲਾ ਘੜੀ ਧੰਨ ਧੰਨ ਮੂਰਤ ਪਲਸਾਰ, ਧੰਨ ਸੋ ਦਿਨ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ। ਉਹਨਾਂ ਦੇ ਵਾਸਤੇ ਉਹ ਸਮਾਂ ਧੰਨਤਾ ਦੇ ਯੋਗ, ਉਹ ਘੜੀਆਂ, ਉਹ ਪਲ, ਉਹ ਦਿਨ ਵੀ ਧੰਨਤਾ ਦੇ ਯੋਗ, ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕਰਕੇ, ਦੀਦਾਰ ਕਰਕੇ, ਗੁਰੂ ਦੀ ਯਾਦ ਦੇ ਵਿੱਚ ਸਮਾਂ ਬਤੀਤ ਕਰਦੇ ਨੇ। ਤੇ ਜਿਨ੍ਹਾਂ ਨੇ ਪਹਿਲਾਂ ਵੀ ਖਾਣ ਦੇ ਵਿੱਚ ਸ਼ਰਾਬਾਂ ਦੇ ਦੌਰਾਂ ਦੇ ਵਿੱਚ ਲੰਘਾ ਦਿੱਤਾ, ਫਿਰ ਸਤਿਗੁਰੂ ਮਹਾਰਾਜ ਉਹਨਾਂ ਦੇ ਲਈ ਬਚਨ ਕਰਦੇ ਆ। ਪਾਤਸ਼ਾਹ ਕਹਿੰਦੇ, ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ, ਜਨਮ ਹੈ ਕੌਡੀ ਬਦਲੇ ਜਾਏ। ਕਹਿੰਦੇ ਜਿਵੇਂ ਪਹਿਲਾਂ ਗਵਾ ਦਿੱਤਾ, ਪਿਛਲੇ ਸਾਲ ਜਿਵੇਂ ਦਿਨ ਲੰਘਿਆ ਵੀ ਲੰਘ ਜਾਣਗੇ, ਇਹ ਤਾਂ ਲੰਘੀ ਜਾਣੇ ਨੇ ਜੀ, ਸਮਾਂ ਵੀ ਲੰਘਦਾ ਜਾਏਗਾ। ਹਰ ਇੱਕ ਚੀਜ਼ ਦੇਖੋ, ਇਨਸਾਨ ਦੇ ਕਰਮ ਕਾਰ ਸਭ ਕੁਝ ਖਤਮ ਹੋ ਜਾਂਦਾ, ਪਰ ਆ ਜਿਹੜਾ ਸਮਾਂ ਨੇ ਇਸੇ ਤਰ੍ਹਾਂ ਚੱਲਦਾ ਰਹਿਣਾ ਹੈ, ਇਹ ਰੁਕਣ ਵਾਲਾ ਨਹੀਂ। ਤੇ ਉਸ ਪਰਮਾਤਮਾ ਦੀ ਬੰਦਗੀ ਕਰਕੇ, ਸਿਮਰਨ ਕਰਕੇ ਇਸ ਸਮੇਂ ਨੂੰ ਸਫਲਾ ਕਿਵੇਂ ਕਰਨਾ ਹੈ, ਕੋਈ ਪਤਾ ਨਹੀਂ ਅੰਤਲਾ ਸਵਾਸ ਕਿਹੜਾ ਹੋਵੇ, ਕਦੋਂ ਇੱਥੋਂ ਇਨਸਾਨ ਚੱਲ ਵਸੇ। ਪਰ ਜਾਣ ਤੋਂ ਪਹਿਲਾਂ ਨਾ ਇਨਸਾਨ ਦੇ ਕੋਲੇ ਉਹ ਪਰਮਾਤਮਾ ਦੀ ਨਾਮ ਰੂਪੀ ਪੂੰਜੀ ਹੋਣੀ ਬਹੁਤ ਜ਼ਰੂਰੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਕਹਿੰਦੇ ਨੇ, ਸਤਿਗੁਰੂ ਕਹਿੰਦੇ ਕੋਟ ਜਨਮ ਭ੍ਰਮ ਤੋ ਬਹੁ ਭਾਤੀ, ਕਹਿੰਦੇ ਕਰੋੜਾਂ ਜਨਮਾਂ ਦੇ ਵਿੱਚ ਇਨਸਾਨ ਕਹਿੰਦੇ ਨਾ ਇਸੇ ਤਰ੍ਹਾਂ ਜੋਨਾਂ ਦੀ ਭਟਕਣਾ ਦੇ ਵਿੱਚ ਭਰਮਦਾ ਰਿਹਾ ਹੈ ਜੀ। ਚਿਤ ਨਹੀਂ ਕਤਹੂ ਪਾਈ, ਚਿਤ ਕਹਿੰਦੇ ਨੇ, ਕਹਿੰਦੇ ਟਿਕਾ, ਸਥਿਰਤਾ, ਕਿਸੇ ਵੀ ਜਨਮ ਦੇ ਵਿੱਚ ਇਹਨੇ ਸਥਿਰਤਾ ਨਹੀਂ ਪਾਈਗੀ, ਲੰਘਾਉਂਦਾ ਰਿਹਾ ਜੀ ਆਪਣੇ ਜੀਵਨ ਨੂੰ। ਆ ਵੀ ਬੀਤ ਗਿਆ, ਅੱਗੇ ਨੂੰ ਵੀ ਕਹਿੰਦੇ ਵੀ ਜਿਹੜੀ ਉਹ ਵੀ ਜੂਨ ਬੀਤ ਗਈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਧਰੇ ਇਹ ਟਿਕ ਨਹੀਂ ਸਕਿਆਗਾ। ਪੂਰਾ ਸਤਿਗੁਰ ਸਹਿਜ ਨਾ ਭੇਟਿਆ, ਕਹਿੰਦੇ ਉਹਨਾਂ ਜੂਨਾਂ ਦੇ ਵਿੱਚ ਇਹਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਨਹੀਂ ਹੋਇਆ। ਜੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਭੇਟਿਆ, ਗੁਰੂ ਸਾਹਿਬ ਨੂੰ ਇਹ ਮਿਲ ਨਹੀਂ ਸਕਿਆਗਾ। ਹੋਰ ਜੂਨਾਂ ਦੇ ਵਿੱਚ, ਹੋਰਾਂ ਜੂਨਾਂ ਦੇ ਵਿੱਚ ਰੱਬ ਦੇ ਨਾਲ ਮਿਲਾਪ ਨਹੀਂ, ਆ ਮਨੁੱਖਾ ਜੀਵਨ ਦੇ ਵਿੱਚ ਹੀ ਰਹਿ ਕੇ ਪ੍ਰਮਾਤਮਾ ਦੇ ਨਾਲ ਇਹਦਾ ਮਿਲਾਪ ਹੋ ਸਕਦਾ ਹੈ। ਸਾਖਤ ਆਵੈ ਜਾਈ, ਤੇ ਮਹਾਰਾਜ ਇਹ ਕਹਿਣ ਲੱਗੇ ਵੀ ਸਾਖਤ ਕਹਿਣ ਤੋਂ ਭਾਵ ਇਨਸਾਨ ਕਹਿੰਦੇ ਆਵਾਗਾਉਣ ਨੇ ਮਾਇਆ ਦੇ ਵਿੱਚ ਕਹਿੰਦੇ ਵਿੜਿਆ ਹੋਇਆ ਨਾ, ਕਹਿੰਦੇ ਵੀ ਆ ਸਾਖਤ ਮਨੁੱਖ ਆਉਂਦਾ ਜਾਂਦਾ ਹੈ। ਰਾਖ ਲਿਹੋ ਪ੍ਰਭ ਸਮਰਥ ਦਾਤੇ, ਐ ਸਮਰੱਥ ਦਾਤੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਰੱਖਣਹਾਰ ਪਿਤਾ ਰਾਖੋ ਰਾਖਣਹਾਰ ਦਇਆਲਾ, ਨਾਨਕ ਕਰਕੇ ਗੋਲੇ ਸਤਿਗੁਰੂ ਮੈਨੂੰ ਆ ਆਵਾਗਾਉਣ ਦੇ ਚੱਕਰ ਤੋਂ ਤੁਸੀਂ ਆਪ ਰੱਖ ਲਵੋ। ਪ੍ਰਭ ਅਗਮ ਅਪਾਰ, ਕਹਿੰਦੇ ਮੈਨੂੰ ਇਸ ਜਨਮ ਮਰਨ ਦੇ ਚੱਕਰ ਤੋਂ ਸਤਿਗੁਰੂ ਪਾਤਸ਼ਾਹ ਅਗਮ ਅਪਾਰ, ਇਹ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਗਮਤਾ ਤੋਂ ਰਹਿਤ ਅਪਰੰਪਰ ਵਾਹਿਗੁਰੂ ਸੱਚੇ ਪਾਤਸ਼ਾਹ ਮੈਨੂੰ ਇਸ ਆਵਾਗਾਉਣ ਦੇ ਚੱਕਰ ਤੋਂ ਬਚਾ ਲਵੋ ਜੀ। ਨਾਨਕ ਦਾਸ ਤੇਰੀ ਸਰਣਾਈ, ਨਾਨਕ ਦਾਸ ਤੇਰੀ ਸਰਣਾਈ, ਸਤਿਗੁਰੂ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ, ਤੇਰੀ ਸ਼ਰਨ ਲਈ ਆ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਸਤਿਗੁਰ ਆਇਓ ਸ਼ਰਨ ਤੁਹਾਰੀ, ਪਾਤਸ਼ਾਹ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ। ਤੇ ਫਿਰ ਇੱਥੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਸਤਿਗੁਰੂ ਕਹਿੰਦੇ ਨੇ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ,
हमारी अवर न सूझै दूजी ठाहर, हार परयो तो द्वारी, लेखा छोड़ अलेखा छूटै हम निर्गुण लेहो उबारी। साध बख्शेंद सदा मेहरबाना, सबना दे आधारी, नानक दास संत पाछै परयो राख लेहो ਇਹ ਵਾਰੀ। ਸਤਿਗੁਰੂ ਮੈਨੂੰ ਆ ਜਿਹੜਾ ਸਤਿਗੁਰੂ ਤੁਸੀਂ ਮਨੁੱਖਾ ਜੀਵਨ ਬਖਸ਼ਿਆ ਨਾ, ਕਿਰਪਾ ਕਰਕੇ ਸਤਿਗੁਰੂ ਪਾਤਸ਼ਾਹ ਮੈਂ ਹੁਣ ਤੇਰੇ ਚਰਨਾਂ ਦੇ ਵਿੱਚ ਆਇਆ ਹਾਂ। ਸਗਲ ਦਵਾਰ ਕੋ ਛੱਡ ਕੇ ਗਹਿਓ ਤੁਹਾਰੋ ਦਵਾਰ, ਵਾਹੇ ਗਹੇ ਕੀ ਲਾਜਿਆਸ ਗੋਬਿੰਦ ਦਾਸ। ਤੁਹਾਰ ਸਤਿਗੁਰੂ ਹੁਣ ਤੇਰੇ ਚਰਨਾਂ ਦੇ ਵਿੱਚ ਆ ਗਿਆ, ਕਿਰਪਾ ਕਰਕੇ ਸਤਿਗੁਰੂ ਮੈਨੂੰ ਰੱਖ ਲਵੋ। ਭਵ ਜਲ ਉਤਰਿਓ ਪਾਰ, ਤੁਹਾਡੀ ਕਿਰਪਾ ਦੇ ਨਾਲ ਭਵਜਲ ਕਹਿੰਦੇ ਨੇ ਆ ਜਿਹੜਾ ਅੱਗ ਦਾ ਸਾਗਰ ਹੈ ਸਤਿਗੁਰੂ, ਇੱਕ ਤਾਂ ਹੁੰਦਾ ਜੀ ਪਾਣੀ ਦਾ ਸਾਗਰ, ਉਹ ਤਾਂ ਲੱਕੜ ਦੀ ਬੇੜੀ ਦੁਆਰਾ ਇਨਸਾਨ ਉਹ ਸਾਗਰ ਨੂੰ ਪਾਰ ਕਰ ਜਾਂਦਾ ਹੈ। ਇੱਕ ਹੁੰਦਾ ਭਵ ਸਾਗਰ, ਅੱਗ ਦਾ ਸਾਗਰ। ਇੱਥੇ ਅੱਗ ਦਾ ਤੇ ਲੱਕੜ ਦਾ ਮੇਲ ਕੋਈ ਨਹੀਂ, ਅੱਗ ਦੇ ਵਿੱਚ ਲੱਕੜ ਨੂੰ ਪਾਓਗੇ ਉਸ ਅੱਗ ਨੇ ਸੜ ਕੇ ਸਵਾਹ ਕਰ ਦੇਣਾ ਹੈ। ਪਰ ਸਤਿਗੁਰੂ ਪਾਤਸ਼ਾਹ ਇਸ ਭਵਜਲ ਅੱਗ ਦੇ ਸਾਗਰ ਤੋਂ ਤੇਰਾ ਨਾਮ ਰੂਪ ਬੇੜਾ ਹੀ ਮੈਨੂੰ ਪਾਰ ਕਰ ਸਕਦਾ ਹੈ। ਆਹ ਮਨੁੱਖਾ ਜੀਵਨ ਜਦੋਂ ਕਹਿੰਦੇ ਇਹਦਾ ਬੇੜਾ ਡੁੱਬਦਾ ਹੋਵੇ ਨਾ, ਉਦੋਂ ਇੱਕੋ ਬੇਨਤੀ ਕਰਨੀ ਆ, ਸਤਿਗੁਰ ਸਿਉ ਆਲਾਏ ਬੇੜੇ ਡੋਬਣ ਨਹੀਂ ਪਾਓ। ਫਿਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਇਹਦਾ ਬੇੜਾ ਡੁੱਬਣ ਨਹੀਂ ਦਿੰਦਾ। ਭਵਜਲ ਸੰਸਾਰ ਤੋਂ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰਕੇ ਪਾਰ ਕਰ ਦਿੰਦੇ ਨੇ। ਸਤਿਗੁਰੂ ਕਿਰਪਾ ਕਰਨ ਆਓ। ਮੈਂ ਸਮਾਂ ਥੋੜਾ ਜਿਹਾ 7-8 ਮਿੰਟ ਉੱਥੇ ਲੈ ਗਿਆ, ਖਿਮਾ ਦਾ ਜਾਚਕਾ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਹੋਈਆਂ ਤਮਾਮ ਭੁੱਲਾਂ ਦੀ ਖਿਮਾ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਸ਼ਹੀਦ ਸਿੰਘ ਗੁਰੂ ਕੀ ਸੰਗਤ ਬਖਸ਼ਣ ਜੋਗਾ ਬਖਸ਼ ਲੈਣਾ, ਮੇਰੀਆਂ ਭੁੱਲਾਂ ਗਲਤੀਆਂ ਜਾਨਾਂ ਚਤਾਰਣੀਆਂ ਇੱਥੇ ਹੀ ਛੱਡ ਦਿਓ। ਰੱਬੀ ਗੁਰਬਾਣੀ ਨੂੰ, ਗੁਰਮਤਿ ਦੀ ਵਿਚਾਰ ਨੂੰ ਹਿਰਦੇ ਅੰਦਰ ਵਸਾਉਣ ਦਾ ਯਤਨ ਕਰਨਾ। ਅਰਦਾਸ ਕਰਿਓ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪਾਤਸ਼ਾਹ ਇਸੇ ਤਰ੍ਹਾਂ ਆਪਦੇ ਦਰ ਦੀ ਕਥਾ ਕੀਰਤਨ, ਗੁਰਮਤਿ ਗੁਰੂ ਸੇਵਾ, ਪੰਥ ਦੀ ਸੇਵਾ ਸਤਿਗੁਰੂ ਰਹਿੰਦੇ ਸਵਾਸਾਂ ਤੱਕ ਆਪ ਵਿੱਚ ਵਰਤ ਕੇ ਲੈਂਦੇ ਰਹਿਣ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸਤਿਗੁਰੂ ਰਹਿਮਤ ਵਰਤਾਉਣ ਆਓ ਜੀ। ਆਨੰਦ ਸਾਹਿਬ ਜੀ ਦਾ ਜਾਪ ਉਪਰੰਤ ਅਰਦਾਸ ਬੇਨਤੀ, ਹੁਕਮਨਾਮਾ ਸਾਹਿਬ ਕੜਾ ਪ੍ਰਸਾਦੀ ਦੇਗ ਵਰਤੇਗੀ। ਗੁਰੂ ਚਰਨਾਂ ਦੀਆਂ ਸਾਰੀ ਸੰਗਤ ਨੇ ਖੁਸ਼ੀਆਂ ਪ੍ਰਾਪਤ ਕਰਨੀਆਂ। ਪਵਿੱਤਰ ਸ਼ਬਦ ਦੀਆਂ ਆਖਰੀ ਪੰਗਤੀਆਂ ਸਰਵਣ ਕਰਕੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਦੇਹੋ ਸਜਨ ਆਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਰਾਖ ਲਿਓ ਪ੍ਰਭ ਸਮ੍ਰਿਥ ਦਾਤੇ, ਤੁਮ ਪ੍ਰਭ ਅਗਮਾ ਪਾਰ। ਨਾਨਕ ਦਾਸ ਤੇਰੀ ਸਰਣਾਈ, ਭਵ ਜਲ ਉਤਰਿਓ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਕਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਨ ਆਈਆ। ਤਾਂ ਗਾਵੋ ਹਰੀ ਕੀਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਵਿਕਾਰੋਂ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨਹੁ ਵਿਸਾਰੇ। ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ, ਵਾਜੀ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ। ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਤਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਇਹ ਵਡਿਆਈਆਂ।
ਕਹੈ ਨਾਨਕ ਸੁਨਹੁ ਸੰਤ ਹੋ, ਸ਼ਬਦ ਧਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਜੀ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਬਾਜੀ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਾਸ ਕੀਤੇ, ਕਾਲ ਕੰਟ ਕੁਮਾਰਿਆ। ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੀ। ਕਹੈ ਨਾਨਕ ਤਹਿ ਸੁਖ ਹੋਵਾ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵੇ ਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੇ। ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਸਲੋਕ। ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਨਾਮ ਧਿਆਇਆ ਗਈ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ। ਗਈ ਮਸਕਤ ਕਾਲ, ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ